ਸਤਨਾਮ 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 ਸ੍ਰੀ ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਮੂਕ ਉਚਰੇ ਸ਼ਾਸਤਰ ਘਟ ਪਿੰਗ ਗਿਰਨ ਚੜ ਜਾਏ। ਅੰਧ ਲਖੇ ਬਦਲੋ ਸੁਣੇ ਜੋ ਕਾਲ ਕਿਰਪਾ ਕਰਾਏ। ਫਿਰ ਕਰਵੇ ਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸ਼ਾਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸਾਮੀ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਬਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਹਾਂ ਤਛ ਪ੍ਰਬੁੱਧ ਹਮਾਰੀ ਬਰਨ ਸਕੇ ਮਹਿਮਾ ਜੋ ਤੁਹਾਰੀ। ਹਮ ਨ ਸਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਪਿਤਾ ਜਨਮ ਜਿਉ ਪੂਤ ਨ ਪਾਵੇ ਕਹਾਂ ਤਨ ਕਾ ਭੇਦ ਬਤਾਵੇ। ਆਇਆ ਬਾਬਾ ਨਾਨਕ ਜਗ ਤਾਰਨੇ। ਆਇਆ ਬਾਬਾ ਨਾਨਕ ਜਗ ਤਾਰਨੇ।
ਗੁਰੂ ਨਾਨਕ ਜਗ ਮਾਹਿ ਪਠਾਇਆ, ਚਰਨ ਤੋਏ ਰਹਿ ਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਚਾਰੇ ਵਰਨ ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪੈਮਾਣਾ ਜਗ ਵਰਤਾਇਆ। ਉਲਟਾ ਖੇਲ ਬ੍ਰਹਮ ਦਾ, ਪੈਰਾਂ ਪੁਰ ਸੀਸ ਨਵਾਇਆ। ਕਲ ਜਗ ਬਾਬੇ ਤਾਰਿਆ, ਸਤਿਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ, ਸਤਿਨਾਮ ਪੜ ਮੰਤਰ ਸੁਣਾਇਆ। ਜੀ ਕਲ ਜੁਗ ਬਾਬੇ ਤਾਰਿਆ, ਸਤਿਨਾਮ ਪੜ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ, ਜਿੰਨੇ ਵੀ ਮਾਈ ਪਾਈ ਬੱਚੇ ਬਜ਼ੁਰਗ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਪਹੁੰਚ ਕੇ ਹਜ਼ੂਰ ਦੀ ਨਿੱਕੀ ਤੇ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਆਪਣੇ ਸਮੇਂ ਸਾਨੂੰ ਸਫਲ ਕਰ ਰਹੇ ਹਾਂ। ਸਾਰੇ ਵਡਭਾਗੇ ਹਾਂ ਜਿਨ੍ਹਾਂ ਨੂੰ ਕਲਯੁਗ ਦੇ ਸਮੇਂ ਵਿੱਚ ਇਹ ਅਮੋਲਕ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੋਈਆਂ ਹਨ। ਤਾਂ ਤੇ ਉਹ ਆਪਣੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਹਜ਼ੂਰ ਪਾਤਸ਼ਾਹ ਦੇ ਪਿੱਤਰ ਉਤਸਵ ਮਨਾਉਣ ਦਾ ਇਸ ਭਾਗ ਪ੍ਰਾਪਤ ਹੋਇਆ ਹੈ। ਔਰ ਵੱਡੇ ਭਾਗਾਂ ਵਾਲਿਆਂ ਨੂੰ ਸਾਲ ਬਾਅਦ ਇਹ ਸਮਾਂ ਆਉਂਦਾ ਹੈ, ਕਿਤਨਿਆਂ ਦੇ ਭਾਗਾਂ ਵਿੱਚ ਨਹੀਂ ਆਉਂਦਾ। ਇੱਕ ਵਾਰ ਹੀ ਦੇਖ ਸਕਦੇ ਹਨ ਇਸ ਬਾਬੇ ਦੇ ਪਿੱਤਰ ਉਤਸਵ ਨੂੰ, ਦੂਸਰੀ ਵਾਰ ਨਸੀਬ ਹੀ ਨਹੀਂ ਹੁੰਦਾ। ਤਾਂ ਤੇ ਉਹ ਵੱਡੇ ਭਾਗਾਂ ਵਾਲੇ ਗੁਰਮੁਖ ਹਨ ਜਿਨ੍ਹਾਂ ਨੂੰ
ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਆਪਣੇ ਬਜ਼ੁਰਗਾਂ ਦੀਆਂ ਬਾਣੀਆਂ ਪੜ੍ਹਨੀਆਂ, ਕਥਾ ਕਹਾਣੀਆਂ ਕਰਨੀਆਂ ਸਾਡਾ ਫਰਜ਼ ਬਣਦਾ ਹੈ। ਹਉ ਕੁਰਬਾਨੀ ਤਿੰਨ ਗੁਰ ਸਿੱਖਾਂ, ਭਾਏ ਭਗਤ ਗੁਰਪੁਰਬ ਕਰਾਂਦੇ। ਜਿਹੜੇ ਭਾਏ ਭਗਤ ਪ੍ਰੇਮਾ ਭਗਤੀ ਨਾਲ, ਸ਼ਰਧਾ ਦੇ ਨਾਲ ਆਪਣੇ ਗੁਰੂਆਂ ਦੇ ਗੁਰਪੁਰਬ ਨੂੰ ਮਨਾਉਂਦੇ ਹਨ, ਉਤਸ਼ਾਹ ਕਰਦੇ ਹਨ, ਉਹਨਾਂ ਗੁਰਸਿੱਖਾਂ ਦੇ ਭਾਈ ਜੀ ਕਹਿੰਦੇ ਮੈਂ ਬਲਿਹਾਰ ਕੁਰਬਾਨ ਜਾਵਾਂ। ਕਿੰਨੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਆਪਣੇ ਗੁਰੂਆਂ ਦੇ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਤਾਂ ਤੇ ਉਸ ਸਮੇਂ ਦੇ ਇਸ ਚੱਕਰ ਵਿੱਚੋਂ ਸਾਡੇ ਭਾਗਾਂ ਵਿੱਚ ਇਹ ਫਿਰ ਗੁਰਪੁਰਬ ਸਤਿਗੁਰਾਂ ਦਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਤੇ ਇਸ ਨੂੰ ਸਾਰੇ ਗੁਰਸਿੱਖਾਂ ਦਾ ਫਰਜ਼ ਬਣਦਾ ਹੈ। ਸਾਰੀ ਦੁਨੀਆ ਵਿੱਚ ਹੀ, ਦੁਨੀਆ ਦੇ ਹਰ ਜਿੱਥੇ ਤੱਕ ਦੁਨੀਆ ਰਚੀ ਹੈ ਪ੍ਰਮਾਤਮਾ ਨੇ, ਐਸਾ ਕੋਈ ਦੇਸ਼ ਨਹੀਂ ਜਿੱਥੇ ਗੁਰੂ ਨਾਨਕ ਦਾ ਸਿੱਖ ਨਾ ਹੋਵੇ। ਆਮ ਕਹਾਵਤ ਆ, ਕਹਿੰਦੇ ਸਿੱਖ ਤੇ ਆਲੂ ਹਰ ਕੰਟਰੀ ਵਿੱਚ, ਹਰ ਦੇਸ਼ ਵਿੱਚ ਮਿਲਦਾ। ਜਿੱਥੇ ਚਲੇ ਜਾਓ ਉੱਥੇ ਸਿੱਖ ਵੀ ਮਿਲੂ, ਆਲੂ ਵੀ ਮਿਲੂਗਾ। ਕਿਉਂ? ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਬਾਬੇ ਨਾਨਕ ਨੇ ਜਿੱਥੋਂ ਤੱਕ ਦੁਨੀਆ ਰਚੀ ਆ, ਧਰਤੀ ਆ, ਉੱਥੋਂ ਤੱਕ ਬਾਬੇ ਨੇ ਪਵਿੱਤਰ ਚਰਨ ਪਾਏ ਹਨ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਚਾਰੇ ਚੱਕ ਜਿੱਥੋਂ ਤੱਕ ਦੁਨੀਆ ਹੈ, ਅਖੀਰ ਤੱਕ ਬਾਬਾ ਮੁੜਦਾ ਸੀ। ਅਸਲਾਮ ਵਾਲੇ ਕਹਿੰਦੇ ਹਨ ਜਿੱਥੇ ਦੁਨੀਆ ਖਤਮ ਹੁੰਦੀ ਆ ਉੱਥੇ ਕਹਿ ਕਹਿ ਨਾਮ ਦੀ ਕੰਧ ਆ, ਹਨੇਰਾ ਹੀ ਹਨੇਰਾ ਉਸਦੇ ਮੂਹਰੇ। ਤੇ ਜੇ ਕੋਈ ਉਸ ਤੋਂ ਅਗਲੇ ਪਾਸੇ ਜਾ ਕੇ ਦੇਖੇ, ਹੱਸੀ ਜਾਂਦਾ, ਹੱਸੀ ਜਾਂਦਾ, ਬਸ ਇਹੀ ਕੁਛ ਆ, ਉੱਥੇ ਹੋਰ ਕੁਛ ਨਹੀਂ। ਤੇ ਬਾਬਾ ਨਾਨਕ ਜਦ ਧਰਤੀ ਦੇ ਅਖੀਰ ਤੇ ਪਹੁੰਚਿਆ, ਅੱਗੇ ਪਹਾੜ ਹੀ ਪਹਾੜ ਅਸਮਾਨ ਨਾਲ ਖਹਿੰਦੇ ਹਨ। ਭਾਈ ਮਰਦਾਨਾ ਜੀ ਬੇਨਤੀ ਕਰਦੇ ਹਨ, ਪਾਤਸ਼ਾਹ ਅੱਗੇ ਕੀ ਹੈ? ਸਾਹਿਬ ਕਹਿਣ ਲੱਗੇ ਕੁਛ ਵੀ ਨਹੀਂ, ਬਸ ਇੱਥੋਂ ਤੱਕ ਹੀ ਧਰਤੀ ਦੀ ਰਚਨਾ ਸੀ। ਧਰਤੀ ਨਾਮ, ਇਸ ਦਾ ਨਾਮ ਹੀ ਮੇਦ ਨਹੀਂ ਹੈ। ਦਸੋਂ ਪਾਤਸ਼ਾਹ ਮਹਾਰਾਜ ਨੇ ਇਹਦੀ ਉਤਪਤੀ ਦੱਸੀ ਹੈ। ਰਾਖਸ਼ਾਂ ਨੂੰ ਮਾਰ ਕਰਕੇ ਭਗਵਾਨ ਨੇ ਉਹਨਾਂ ਦੀ ਜੋ ਮਿੱਝ ਨਿਕਲੀ ਪਾਣੀ ਦੇ ਉੱਪਰ ਤੈਰੀ, ਉਹ ਪਾਣੀ ਦੇ ਉੱਪਰ ਤਰੀ ਹੋਈ ਮਿੱਝ ਤੋਂ ਮੇਦ ਨਹੀਂ ਬਣ ਗਈ ਧਰਤੀ। ਦੋ ਰਾਖਸ਼ ਮਾਰੇ ਭਗਵਾਨ ਨੇ, ਮਦਕ ਤੇ ਕੈਟਪ। ਇਹਨਾਂ ਦਾ ਬੜਾ ਭਾਈ ਜੰਗ ਆਉਂਦਾ ਵਿਸ਼ਨੂੰ ਦੇ ਨਾਲ। ਮਾਰ ਕੇ ਇਹਨਾਂ ਨੂੰ ਮਿੱਝ ਨਿਕਲੀ, ਉਹਨਾਂ ਤੋਂ ਮੇਦ ਨਹੀਂ ਧਰਤੀ ਬਣ ਜਾਂਦੀ। ਧਰਤੀ ਐ ਪਾਣੀ ਦੇ ਉੱਪਰ ਤਰਦੀ ਜਿਵੇਂ ਬੇੜੀ ਤਰਦੀ ਹੁੰਦੀ ਹੈ। 10 ਗੁਣਾ ਜ਼ਿਆਦਾ ਧਰਤੀ ਨਾਲੋਂ ਪਾਣੀ ਆ। ਪ੍ਰਮਾਤਮਾ ਦੇ ਹੁਕਮ ਦੇ ਵਿੱਚ ਧਰਤੀ ਪਾਣੀ ਦੇ ਉੱਪਰ ਤਰ ਰਹੀ ਆ। ਪਾਣੀ ਦੀ ਤਾਕਤ ਨਹੀਂ ਡੋਬ ਸਕੇ। ਸਾਗਰ ਪੰਡੇ ਪਾਇਆ, ਹੁਕਮ ਰੂਪੀ ਪੰਡ ਦੇ ਵਿੱਚ ਸਮੁੰਦਰ ਬੰਨਿਆ ਹੋਇਆ ਹੈ। ਝਾਲ ਆਉਂਦੇ ਆ ਨਾ, ਦੇਖਦੇ ਨਹੀਂ ਸਣੇ ਪਹਾੜ, ਸਾਰੇ ਘਰ ਦਬਾ ਡੋਲ ਹੋ ਜਾਂਦੇ ਆ ਤੇ ਲੋਕ ਉੱਬੜ ਉੱਠਦੇ ਆ ਰਾਤ ਨੂੰ, ਕੀ ਆ ਗਿਆ, ਕੀ ਹੋ ਗਿਆ। ਮੰਜੇ ਘੁੰਮ ਜਾਂਦੇ ਹਨ, ਕੰਬਦੇ ਹਨ। ਆ ਪਿੱਛੇ ਜੇ ਆਏ ਸੀ ਨਾ, ਇਹ ਧਰਤੀ ਮਾਨੋ ਇੱਕ ਬੇੜੀ ਨੂੰ ਉੱਪਰ ਤਾਰਦੀ ਆ, ਡਾਵਾਡੋਲ। ਨਿਰੰਕਾਰ ਦੇ ਹੁਕਮ ਦੇ ਵਿੱਚ ਬੰਨੀ ਤਾਰੀ ਆ, ਪਾਣੀ ਡੋਬ ਨਹੀਂ ਸਕਦਾ। ਬੱਕਰੀ ਸਿੰਘ ਤੇ ਥਾਂ ਰਾਖੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੱਸਦੇ ਹਨ, ਪ੍ਰਮਾਤਮਾ ਨੇ ਬੱਕਰੀ ਤੇ ਸਿੰਘ ਸ਼ੇਰ ਇੱਕ ਜਗ੍ਹਾ ਰੱਖੇ ਹੋਏ ਹਨ। ਬੱਕਰੀ ਕੌਣ ਆ? ਧਰਤੀ। ਸ਼ੇਰ ਆ ਪਾਣੀ। ਜਿਹੜਾ ਪਾਣੀ ਬੜੇ ਬੜੇ ਪਹਾੜਾਂ ਨੂੰ ਟਕਰਾ ਕੇ ਢਾਹ ਦਿੰਦਾ ਹੈ, ਰੋੜ ਲੈਂਦਾ ਹੈ, ਪਰ ਉਹ ਧਰਤੀ ਦੇ ਡਲੇ ਮਿੱਟੀ ਨੂੰ ਆਪਣੇ ਵਿੱਚ ਉੱਪਰ ਤਾਰਦਾ ਫਿਰਦਾ, ਡੋਬ ਨਹੀਂ ਸਕਦਾ। ਹੁਕਮ ਦੇ ਵਿੱਚ ਜੋ ਖੇਡ ਸਾਰੀ। ਤਾਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਹ ਜਿੰਨੇ ਦੇਵੀ ਦੇਵਤੇ ਭੈ ਵਿੱਚ ਮੰਨੇ ਹਨ। ਭੈ ਵਿੱਚ ਧਰਤੀ, ਭੈ ਵਿੱਚ ਹੀ ਸਾਰੇ ਧਰਤੀ, ਆਕਾਸ਼, ਪਤਾਲ, ਇਹ ਨਿਰੰਕਾਰ ਦੇ ਹੁਕਮ ਦੇ ਵਿੱਚ ਕੰਮ ਕਰ ਰਹੇ ਹਨ। ਵਿਰੋਧੀ ਚੀਜ਼ਾਂ ਇੱਕ ਦੂਜੇ ਨੂੰ ਨਾਸ਼ ਨਹੀਂ ਕਰ ਸਕਦੀਆਂ। ਜਦ ਹੁਕਮ ਆਉਂਦਾ ਨਾ, ਛੁੱਟੇ ਕੁੰਡੇ ਭੀਗੇ ਪੁਰੀਆਂ, ਚੱਲਿਓ ਜਲਾਹੌਰੀ ਸਾਈ। 7 ਸਮੁੰਦਰ ਰੂਪੀ ਕੁੰਡੇ ਉਛਲਦੇ ਹਨ ਮਰਜ਼ਾਦਾ ਨੂੰ ਛੱਡ ਕੇ।
तमाम पुरियां भेज जांदियां ने, ब्रह्मा विष्णु आदि सब का नाश हो जाता है। इंद्रपुरी का होएगा कालो, ते इसी तरह ब्रह्मपुरी सारिਆਂ ने नाश हो जाना है। पर हुंदा उदों जदों निरंकार का हुक्म हुंदा, उतना चिर पानी की कोई जरूरत नहीं भी धरती नूं अपने विच डोब सके। जद हुक्म हुंदा है ये धरती पानी विच ही गर्क हो जाती है। महापरले देश में पानी पानी रह जाता है। कई युग वरते गोबारे, ताड़ी लाई अपरपारे, जुगां तक फिर धुंधुकार वरतदा है। कोई धरती नाम की चीज़ नहीं हुंदी। फिर समा पा के ਉਹੀ ਮਧ ਕੈਟਵ ਰਾਵਸ਼ पैदा ਹੁੰਦੇ ਹਨ, ਉਹਨਾਂ ਨੂੰ ਮਾਰ ਕੇ ਫਿਰ ਉਹਨਾਂ ਤੋਂ ਉਮੀਦ ਨਹੀਂ ਬਣਦੀ। ਇਹ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਇਹ ਨਿਰੰਕਾਰ ਦੀ ਖੇਡ ਬਣੀ ਹੋਈ ਹੈ। ਤਾਂ ਤੇ ਉਹ ਪਰਮਾਤਮਾ ਇਸੇ ਧਰਤੀ ਦੀ ਰੱਖਿਆ ਵਾਸਤੇ ਅਵਤਾਰ ਲੈਂਦਾ, ਧਰਤੀ ਦੇ ਬਚਾਅ ਵਾਸਤੇ। ਇੰਨੀ ਪਾਪਾਂ ਨਾਲ ਭਾਰੀ ਹੋ ਜਾਂਦੀ ਆ, ਡਵਾਂ ਡੋਲ ਹੋ ਜਾਂਦੀ ਆ। ਧਰਤੀ ਦਾ ਇੱਕ ਅਭਿਮਾਨੀ ਦੇਵਤਾ ਉਹ ਫਿਰ ਪੁਕਾਰ ਕਰਦਾ, ਬੇਨਤੀ ਕਰਦਾ ਨਿਰੰਕਾਰ ਦੇ ਚਰਨਾਂ ਦੇ ਵਿੱਚ, ਐ ਵਾਹਿਗੁਰੂ ਕਿਰਪਾ ਕਰ, ਮੈਥੋਂ ਹੁਣ ਭਾਰ ਨਹੀਂ ਝੱਲਿਆ ਜਾਂਦਾ, ਪਾਪੀਆਂ ਦਾ ਭਾਰ ਨਹੀਂ ਝੱਲਿਆ ਜਾਂਦਾ। ਅਕਿਰਤ ਕਣਾਂ ਦਾ ਭਾਰ ਮੰਨਿਆ ਧਰਤੀ ਨੇ, ਭਾਰੇ ਪੋਏ ਅਕਿਰਤ ਕਣ ਬੰਦੀ ਹੂੰ ਮੰਦੇ। ਨਾ ਤਾਂ ਦਰਖਤਾਂ ਦਾ ਭਾਰ, ਨਾ ਸਮੁੰਦਰਾਂ ਦਾ, ਨਾ ਸ਼ਹਿਰਾਂ ਦਾ, ਕਿਲਿਆਂ ਦਾ, ਕੋਟਾਂ ਦਾ ਕੋਈ ਭਾਰ ਨਹੀਂ। ਸਿਰਫ ਉਹ ਅਕਿਰਤ ਕਣ ਜਿਹੜੇ ਕੀਤੇ ਨੂੰ ਭੁੱਲਣ ਵਾਲੇ। ਰੱਬ ਨੇ ਧਰਤੀਆਂ ਦਿੱਤੀਆਂ, ਜ਼ਮੀਨਾਂ ਦਿੱਤੀਆਂ ਹਨ, ਸੁੰਦਰ ਸਰੀਰ ਦਿੱਤੇ ਹਨ, ਨੱਕ ਕੰਨ ਅੱਖਾਂ ਦਿੱਤੀਆਂ ਹਨ। ਪਰਮਾਤਮਾ ਨੇ ਸੁੰਦਰ ਸਰੀਰ ਦਿੱਤਾ, ਪਰ ਅਸੀਂ ਉਹਦੀ ਕਦਰ ਨਹੀਂ ਪਾ ਰਹੇ, ਭੁੱਲੇ ਹੋਏ ਹਨ ਨਿਰੰਕਾਰ ਨੂੰ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਅਸੀਂ ਦਾਤਾਂ ਵਿੱਚ ਪਿਆਰ ਪਾ ਲਿਆ, ਦਾਤੇ ਨੂੰ ਭੁਲਾਤਾ। ਬਸ ਇਸੇ ਕਰਕੇ ਅਸੀਂ ਇਹ ਕਿਰਤ ਕਹਾਣਾ, ਕਿਰਤ ਕਹਾਣਾ ਕੋਈ ਉੱਪਰੋਂ ਨਹੀਂ ਡਿੱਗਦੇ ਆਕਾਸ਼ ਵਿੱਚੋਂ। ਅਸੀਂ ਕਿਰਤ ਕਹਾਣਾ ਜਿਹੜੇ ਰੱਬ ਨੂੰ ਭੁੱਲ ਗਏ, ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲੇ ਹੋਏ ਹਾਂ। ਦਾਤਾਂ ਵਿੱਚ ਪਿਆਰ ਪਾ ਲਿਆ, ਦਾਤੇ ਨੂੰ ਭੁਲਾਤਾ। ਇਸੇ ਕਰਕੇ ਅਸੀਂ ਕਿਰਤ ਕਹਾਣਾ। ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਜੀ ਦਾਤ ਨੂੰ ਪਿਆਰੇ ਜਾਣ ਕੇ।
ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਦੇਂਦੇ ਥਾਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀ। ਇਹ ਮਨਮੁਖਾਂ ਦੇ ਲੱਛਣ ਹਨ। ਦੇਣ ਵਾਲੇ ਨਾਲੋਂ ਦਿੱਤੇ ਹੋਏ ਪਦਾਰਥ ਨੂੰ ਚੰਗਾ ਜਾਣਿਆ ਹੈ। ਦੇਣ ਵਾਲੇ ਨੂੰ ਭੁਲਾਤਾ, ਪਦਾਰਥਾਂ ਵਿੱਚ ਪਿਆਰ ਪਾ ਲਿਆ। ਬਸ ਇਸੇ ਕਰਕੇ ਅਸੀਂ ਮਨਮੁਖ ਹਾਂ। ਮਨਮੁਖਾਂ ਦੇ ਕੋਈ ਸਿੰਘ ਨਹੀਂ ਹੁੰਦੇ। ਬਸ ਜਿਨ ਮਨ ਹੀ ਕੋ ਮੋਕੀਨ, ਮਨਮੁਖ ਨਾਮ ਤਿਸੀ ਕੋ ਚੀਨ। ਇਹ ਨਿਰਣਾ ਕੀਤਾ, ਜਿਹੜੇ ਆਪਣੇ ਮਨ ਦੇ ਕਹੇ ਅਨੁਸਾਰ ਚੱਲਦੇ ਹਨ, ਗੁਰੂ ਦੀ ਮੱਤ ਨੂੰ ਛੱਡ ਕੇ ਆਪਣੇ ਮਨ ਦੇ ਕਹੇ ਅਨੁਸਾਰ ਜਿਵੇਂ ਮਨ ਨੇ ਕਿਹਾ ਉਵੇਂ ਕਰਨਾ, ਉਹਨਾਂ ਦਾ ਨਾਮ ਮਨਮੁਖ ਹੈ। ਤੇ ਗੁਰਮੁਖਾਂ ਦੇ ਕੀ ਲੱਛਣ ਹਨ? ਜਿਹੜੇ ਗੁਰੂ ਦੀ ਮੱਤ ਨੂੰ ਲੈ ਕੇ ਚੱਲਦੇ ਹਨ, ਮੂਹਰੇ ਗੁਰੂ ਦੀ ਮੱਤ ਰੱਖਦੇ ਹਨ, ਹਰ ਗੱਲ ਤੇ ਆਪਣੇ ਗੁਰੂ ਦੀ ਮੱਤ ਨੂੰ ਮੂਹਰੇ ਰੱਖਦੇ ਹਨ। ਇਹ ਹੁਕਮ ਨਹੀਂ ਗੁਰੂ ਦਾ, ਇਹ ਗੁਰਮੱਤ ਨਹੀਂ। ਆਪਣੇ ਮਨ ਨੂੰ ਮਾੜੇ ਪਾਸਿਓਂ ਰੋਕ ਕੇ ਰੱਖਣਾ, ਸ਼ਰਾਬ ਪੀਣੀ ਗੁਰਮੱਤ ਨਹੀਂ। ਬੁਰੇ ਪਾਸੇ ਜਾਣਾ ਸਿੰਮਿਆਂ ਵਿੱਚ ਗੁਰਮੱਤ ਨਹੀਂ। ਜਿਹੜੇ ਗੁਰੂ ਦੇ ਸਿੱਖਿਆ ਨੂੰ ਲੈ ਕੇ ਚੱਲਦੇ ਹਨ, ਗੁਰ ਕੀ ਮੱਤ ਤੋਂ ਲੈ ਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਆਪਣੀ ਮਨਮਤ ਜਿਹੜੀ ਡੋਬ ਦਿੰਦੀ ਹੈ, ਗੁਰਮਤ ਜਿਹੜੀ ਮਹਾਨ ਪਵਿੱਤਰ ਹੈ। ਇਸ ਵਾਸਤੇ ਗੁਰਸਿੱਖ ਹਰ ਗੱਲ ਵਿੱਚ ਗੁਰਮਤ ਧਾਰਨ ਕਰਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਤੁਰਦਾ ਹੈ। ਤੇ ਮਨਮੁਖ ਜਿਹੜਿਆਂ ਨੂੰ ਆਪਣੀ ਮਤ ਨੂੰ ਵੱਡਾ ਰੱਖਦੇ ਹਨ। ਜੇ ਕਿਤੇ ਮਹਾਰਾਜ ਦੀ ਕਿਰਪਾ ਹੋ ਜਾਵੇ, ਫਸਲ ਸੋਹਣੀ ਹੋ ਜਾਵੇ, ਤੇ ਕੋਈ ਕਹੇ ਵੀ ਮਹਾਰਾਜ ਨੇ ਬੜੀ ਕਿਰਪਾ ਕੀਤੀ, ਬੜੀ ਸੋਹਣੀ ਤੇਰੀ ਫਸਲ ਹੋਈ ਆ, ਬੜੀ ਕਣਕ ਨਿਕਲੀ ਆ, ਬੜੇ ਚੌਲ ਨਿਕਲੇ ਆ। ਕਹਿਣ ਲੱਗਾ ਮਹਾਰਾਜ ਨੇ ਆ ਕੇ ਹਲ ਵਾਹਿਆ। ਮਹਾਰਾਜ ਨੇ ਕੀ ਹਲ ਵਾਹਿਆ? ਤੇ ਮੇਰੀ ਮਿਹਨਤ ਆ। ਹਰ ਗੱਲ ਨੂੰ ਆਪਣਾ ਮੂਹਰੇ ਰੱਖਣਾ ਉਹਨੇ, ਆਪਣੀ ਹਉਮੈ। ਕੀਤੇ ਕੋ ਮੇਰੇ ਸਮਾਨੇ, ਕਰਨ ਹਾਰ ਚਰਨ ਜਾਣੇ। ਆਪਣੇ ਕੀਤੇ ਨੂੰ ਤਾਂ ਪਹਾੜ ਵਰਗਾ ਸਮਝ ਲੈਣਾ, ਰੱਬ ਦੇ ਕੀਤੇ ਨੂੰ ਕੁਛ ਵੀ ਨਹੀਂ ਸਮਝਣਾ। ਤਰਨ ਘਾਹ ਦੇ ਸਮਾਨ, ਕੁਛ ਵੀ ਨਹੀਂ ਰੱਬ ਨੇ ਕੀ ਕੀਤਾ, ਇਹ ਤਾਂ ਮੇਰੀ ਮਿਹਨਤ ਆ। ਤੇ ਜਦ ਜਿਹੜੇ ਮੋਟੇ ਰੱਬ ਸੁੱਟਦਾ, ਭੰਨ ਦਿੰਦਾ ਸਭ ਕੁਛ, ਫੇਰ ਕਿੱਧਰ ਜਾਂਦੀ ਆਪਣੀ? ਆਪਣੀ ਮਿਹਨਤ ਕਿੱਥੇ ਜਾਂਦੀ ਹੈ? ਤਾਂ ਰੱਬ ਦੀਆਂ ਦਾਤਾਂ ਹਨ, ਉਹੋ ਹੀ ਦਿੰਦਾ ਪ੍ਰਮਾਤਮਾ। ਪਰ ਅਸੀਂ ਆਪਣੀ ਹਉਮੈ ਮੂਹਰੇ ਰੱਖਦੇ, ਇਸੇ ਕਰਕੇ ਅਸੀਂ ਮਨਮੁਖ ਕਹਾਉਂਦੇ ਹਾਂ। ਜਦ ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲਦੇ ਹਾਂ, ਫਿਰ ਅਸੀਂ ਗੁਰਮੁਖ ਕਹਾਵਾਂਗੇ। ਤਾਂ ਤੇ ਉਹ ਮਨਮਤ ਜਿਹੜਾ ਹੈ, ਮਨਮੁਖ ਉਹ ਦੁਖੀ ਹੈ, ਗੁਰਮੁਖ ਸੁਖੀ ਹੈ। ਗੁਰਮੁਖ ਹਮੇਸ਼ਾ ਗੁਰੂ ਦੀ ਆਗਿਆ ਲੈ ਕੇ, ਜਦ ਵੀ ਕੋਈ ਗੁਰਸਿੱਖ ਨੇ ਕੰਮ ਆਰੰਭ ਕਰਨਾ ਹੈ, ਪਰਮਾਰਥ ਦਾ ਚਾਹੇ ਵਿਹਾਰਕ ਦੁਨੀਆ ਦਾ, ਉਦੋਂ ਗੁਰੂ ਦੇ ਅਰਦਾਸ ਕਰਕੇ ਚਰਨਾਂ ਵਿੱਚ ਤੁਰਦਾ ਹੈ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਰ ਸਾਖੀਏ। ਗੁਰਸਿੱਖ ਦਾ ਇਹ ਨਿਹਚਾ ਹੁੰਦਾ ਹੈ। ਜਦ ਗੁਰਸਿੱਖ ਨੇ ਕੋਈ ਵਿਹਾਰ ਕਰਨਾ ਦੁਨੀਆ ਦਾ, ਜੇ ਗੁਰਸਿੱਖ ਨੇ ਮੁਸਾਫਰੀ ਪੈਂਡਾ ਕਰਨਾ, ਕਿਤੇ ਬਾਹਰ ਜਾਣਾ, ਤਾਂ ਅਰਦਾਸ ਕਰਕੇ ਤੁਰਨਾ ਗੁਰੂ ਦੇ ਚਰਨਾਂ ਵਿੱਚ। ਬਸ ਇਹੋ ਹੀ ਗੁਰਮੁਖ ਦੇ ਲੱਛਣ ਹਨ। ਪਹਿਲੇ ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਕੇਸ ਧੋਣੇ, ਦਸਤਾਰ ਸਜਾਉਣੀ, ਨਿਤਨੇਮ ਦੀ ਬਾਣੀ ਦਾ ਪਾਠ ਕਰਨਾ। ਫਿਰ ਗੁਰਸਿੱਖ ਨੇ ਅਰਦਾਸ ਕਰਕੇ ਤੁਰਨਾ ਰਸਤੇ ਵਿੱਚ ਵੀ, ਜਦ ਬੱਸ ਜਾਣਾ ਹੋਰ ਕਿਤੇ। ਫਿਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ। ਬੱਸ ਦੇ ਵਿੱਚ ਬੈਠੇ ਆ, ਸੁਰਤ ਜੋੜ ਲਓ, ਸਿਮਰਨ ਦੇ ਵਿੱਚ ਜੁੜ ਜਾਓ। ਪਤਾ ਹੀ ਨਹੀਂ ਲੱਗਦਾ ਮੁਸਾਫਰ ਕਦ ਟਾਈਮ ਮੁੱਕ ਗਿਆ, ਕਦ ਆਪਣਾ ਪੈਂਡਾ ਖਤਮ ਹੋ ਗਿਆ। ਤੇ ਬਹੁਤ ਸਾਰੇ ਲੋਕ ਬੱਸਾਂ ਦੇ ਵਿੱਚ ਇਤਨਾ ਖੱਪ ਪੈਂਦੀ ਆ, ਅਖਬਾਰਾਂ ਦੀਆਂ ਝੂਠੀਆਂ ਮੂਠੀਆਂ ਖਬਰਾਂ ਨੂੰ ਇੱਕ ਦੂਜੇ ਨੂੰ ਬਹੁਤ ਚੜ੍ਹ ਕੇ ਸੁਣਾਉਂਦੇ ਹਨ ਤੇ ਲੜ ਪੈਂਦੇ ਹਨ ਇੱਕ ਦੂਜੇ। ਮਨਮੁਖਾਂ ਦੇ ਲੱਛਣ ਹੁੰਦੇ ਹਨ, ਨਿਰੀਆਂ ਝੂਠ ਹੁੰਦਾ ਅਖਬਾਰਾਂ ਵਿੱਚ। ਉਹਨਾਂ ਨੂੰ ਪੜ੍ਹ ਕੇ ਬਸ ਇੱਕ ਦੂਜੇ ਦੇ ਪੱਖ ਦੀਆਂ ਗੱਲਾਂ ਇਹੋ ਜਿਹੀਆਂ ਕਰ ਕਰਕੇ ਬਸ ਇਹ ਮਨਮੁਖਾਂ ਦੇ ਲੱਛਣ ਹਨ। ਗੁਰਮੁਖ ਕਦੇ ਸਮਾਂ ਵਿਅਰਥ ਨਹੀਂ ਗਵਾਉਂਦਾ। ਜੇ ਗੁਰਮੁਖ ਸਾਈਕਲ ਤੇ ਵੀ ਜਾਂਦਾ ਹੈ, ਸਕੂਟਰ ਤੇ ਵੀ ਜਾਂਦਾ, ਤਾਂ ਵੀ ਜਪਜੀ ਸਾਹਿਬ ਦਾ ਪਾਠ ਹੀ ਕਰਦਾ ਜਾਂਦਾ। ਲੁੱਦੇ ਧਾਣੇ ਤੱਕ ਪਹੁੰਚਦਿਆਂ ਸਕੂਟਰ ਤੇ ਜਪਜੀ ਸਾਹਿਬ ਦਾ ਪਾਠ ਹੋ ਜਾਂਦਾ। ਜੇ ਹੋਰ ਲੰਮੇ ਸਫ਼ਰ ਜਾਣਾ, ਸੁਖਮਨੀ ਸਾਹਿਬ ਦਾ ਹੋ ਜਾਂਦਾ। ਇਉਂ ਗੁਰਮੁਖ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਂਦਾ। ਤੁਰਦਿਆਂ ਫਿਰਦਿਆਂ, ਜੇ ਬਾਜ਼ਾਰ ਵਿੱਚ ਫਿਰਦਾ, ਉੱਥੇ ਗੁਰਮੁਖ ਵਾਹਿਗੁਰੂ ਦਾ ਜਾਪ ਕਰੀ ਜਾਂਦਾ, ਮੂਲ ਮੰਤਰ ਦਾ ਪਾਠ ਕਰੀ ਜਾਂਦਾ।
जब लम्मे समय विच हुंदा उदों लम्मी बाणी का पाठ करी जांदा। गुरमुख बस हर वक्त गुरु नूं नाल जाणदा हाज़र नाज़र। उहदा नेचा हुंदा है गुर मेरे संग सदा है नाले, सिमर सिमर ते सदा संभाले। गुरमुख हमेशा अपने गुरु नूं हाज़र नाज़र जाणदा, दूर नहीं जाणदा भी सिनेमे जावड़ो किहड़ा गुरु देखदा। असीं दुनिया तो तां छपा रखदे हां। शहरां दे विच की करदे ने ग्रंथी महाराज दे वजीर वर्दी बदल लैंदे, वर्दी बदल के सिनेमा जा वड़दे भी लोकां नूं ना पता लगे भी ग्रंथी सिनेमा देख रहा, रागी सिंह सिनेमा देखदा। दुनिया तो तां छपाउंदे आ पर तरलोकी दे मालक नूं हाज़र नाज़र नहीं जाणदे भी गुरु ग्रंथ साहिब तां सानूं देखदा जिहदी हजूरी च बैठना। क्यों असीं लोकां तो तां समझदे लोकी देखणगे माड़ा कहणगे ग्रंथी सिनेमे देखदा, रागी सिंह सिनेमे देखदा, ते गुरु नूं असीं हाज़र नाज़र नहीं जाणदे। गुरु तो छुपाया भी गुरु किहड़ा देखदा सानूं सिनेमे जाणदे आ। इहो ही मनमुखां दे लक्षण हन। गुरमुख हमेशा अपने गुरु नूं हाज़र नाज़र जाण करके हर काम करदा है भी गुरु मेरा देखदा है। दुनिया देख के तो इहो ही कहो भी ग्रंथी सिंह जी की करदे हो सिनेमे च बड़े बैठे, पर गुरु दा नाराज़गी दा लोक परलोक दोनों ही बिगाड़ दिंदी है। दसवें पातशाह ताईं दस्सिया ना गुर सभा एव ना पाइए ना नेड़े ना दूर। गुरु की सभा गुरु का सरूप गुरु की हाज़री ना तो दूर रह के प्राप्त होंदी है ते ना नेड़े हो के। जिहदा मन हाज़र नाज़र है ना गुरु नूं कोल जाण दा, वो मानो गुरु के चरणों च ही वसदा। वो चाहे विदेशों में उत्थे भी गुरु का भै मन दे विच 25 सिंह 25 सिख सतगुरां दे पहरे विच हुंदे रात नूं दो धड़े बन गए। इत्थे आ रास लीला वाले आए, तलवंडी साहिब की दमदमा साहिब गुरु की कांशी। वो रास लीला वालियां ने आके जब रास लीला पाई दो पार्टियां ਸਿੰਘਾਂ ਦੀਆਂ बन गई पहरेदारां ਦੀਆਂ। अद्धे कहण भी देख आइए, अद्धे कहण भरावो असीं तो नहीं जाना, साडी कोई ड्यूटी आ, साडा फर्ज है, पहरे ते खड़े हाँ, जे चले जावांगे गैर हाजिर हो जावांगे लोक परलोक विगड़ जाणगे। मन विच डर है पै। अद्धे कहणगे महाराज तां सुत्ते आ, सुत्ते सुत्ते ही मुड़ियावांगे देख के। चले गए अद्धिया ने फुरना बना लिया, चले गए अद्धे हाजिर है। ते जेड़े चले गए जाके बड़ा पछतावा किया, बड़ियां तरकारां पाईयां मन नूं, मूर्खा मना हजूर की सेवा छड़ के आए, की इत्थे देखिया, इत्थे तां नच्चना कुदना मन का चावा, इत्थे की आ नच्चे टप्पे भगत ना होए। बड़ा पछतावा किया उन्होंने, मन नूं तरकारां दित्तियां। ते जेड़े पैरे ते खड़े सी वो की कहंदे महाराज तां सुत्ते ही सी, असीं भी देख आए तां महाराज नूं की पता लगना सी। पर ये नहीं पता तरलोकी दा मालक जागदा, गुरु कदे सौंदा नहीं। भोले मालने सतगुर जाग बहसे, भोले मालने सतगुर जाग जाग
फुल तोड़ने बहुत बड़ा पाप मन्या। सतगुरां ने फुल्लां नूं तोड़ना मना कीता है। ब्रह्म पाती विशन डारी फूल शंकर देओ, तीन देव प्रतख तोरे करे किसकी सेओ। ब्रह्म पाती ब्रह्मा नूं पत्ते मन्या, विष्णु जी नूं डालियां मन्या। ब्रह्म पाती विशन डारी फूल शंकर देओ, शिव जी महाराज नूं फुल मन्या, भगवान शिव जी नूं। तीन देव प्रतख तोरे, ऐ मनुख तिन्नां देवतियां नूं तोड़ के करे किसकी सेओ, फिर किहदी सेवा करदा। भोली मालनी आयो सतगुर जागता है देओ। लोग फुल्लां नूं तोड़ के ते पत्थरां ते ठाकरां ते चाढ़दे हन। पत्थरां दे उपर चेतन नूं तोड़ के सरजियो काटे, निर्जियो पूजे, अंतकाल को भारी। ਜਿਹੜੇ ਲੋਕ ਸਰਜੀਤ ਨੂੰ ਕੱਟ ਕੇ ਨਿਰਜੀਵ ਨੂੰ ਪੱਥਰਾਂ ਨੂੰ ਪੂਜਦੇ ਹਨ, ਬੜਾ ਭਾਰੀ ਅੰਤ ਦੇ ਸਮੇਂ ਦੁੱਖ ਮਿਲਦਾ ਹੈ। ਬਾਣੀ ਕਹਿੰਦੀ ਭਰਮ ਭਰਮ ਫੂਲ ਤਰਾਵੇ ਗੋ, ਭਰਮ ਦੇ ਭੁੱਲੇ ਹੋਏ ਫੁੱਲਾਂ ਨੂੰ ਤੋੜਦੇ ਹਨ, ਪੱਥਰਾਂ ਤੇ ਚਾੜਦੇ ਹਨ ਲੋਕ। ਇਹ ਵੱਡਾ ਗਿਆਨ ਹੈ। ਫੁੱਲਾਂ ਨੂੰ ਤੋੜਨਾ ਬਹੁਤ ਵੱਡਾ ਪਾਪ ਹੈ। ਡਾਲੀ ਨਾਲੋਂ ਤੋੜਨਾ ਸਾਨੂੰ ਅਸੀਂ ਹੱਟ ਮਹਿਕ ਦੀ ਲਾਈ। ਫੁੱਲ ਕਹਿੰਦੇ ਦੇਖੀ ਓਏ ਸਾਡੀ ਤਾਂ ਫੁੱਲ ਹੱਟ ਲਾਈ ਹੋਈ ਆ ਸੁਗੰਧੀ ਦੀ, ਤੋੜੀ ਨਾ ਪਾਪ ਨਾ ਕਰੀ। ਸਾਨੂੰ ਫੁੱਲ ਇੱਕ ਐਸਾ ਵੱਡਾ ਗਿਆਨ ਦਿੰਦੇ ਆ ਜ਼ਿੰਦਗੀ ਦਾ, ਨਿਰੰਕਾਰ ਦਾ ਗਿਆਨ ਸਾਨੂੰ ਫੁੱਲ ਦਿੰਦੇ ਹਨ। ਨਵੇਂ ਪਾਤਸ਼ਾਹ ਮਹਾਰਾਜ ਦੱਸਦੇ ਹਨ, ਐ ਲੋਗੋ ਕਿਉਂ ਜੰਗਲਾਂ ਵਿੱਚ ਭਟਕਦੇ ਹੋ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਪੋਹ ਮੱਧ ਜੋ ਬਾਸ ਵਸਤ ਹੈ। ਫੁੱਲਾਂ ਵਿੱਚ ਜਿਵੇਂ ਸੁਗੰਧੀ ਵਸਦੀ ਆ, ਸਾਨੂੰ ਦੀਦੀ ਨਹੀਂ। ਸੁਗੰਧੀ ਤੋਂ ਪਤਾ ਲੱਗਦਾ ਵੀ ਸੁਗੰਧੀ ਹੈ, ਇਹਦੇ ਵਿੱਚ ਗੁਲਾਬ ਦਾ ਫੁੱਲ ਹੈ, ਚੰਬੇਲੀ ਦਾ, ਚੰਬੇ ਦਾ ਹੈ ਜਾਂ ਹੋਰ ਫੁੱਲ, ਪਰ ਸਾਨੂੰ ਸੁਗੰਧੀ ਦਾ ਪਤਾ ਨਹੀਂ ਕਿਹੋ ਜਿਹਾ ਰੰਗ ਆ, ਚਿੱਟੀ ਆ, ਕਾਲੀ ਆ। ਸਾਰੇ ਇੰਦਰੀਆਂ ਦੇ ਨਾਲੋਂ, ਅੱਖਾਂ ਨਾਲੋਂ, ਕੰਨਾਂ ਨਾਲੋਂ, ਨਾਸਕਾਂ ਦੇ ਵਿੱਚ ਅਨੁਭਵ ਸ਼ਕਤੀ ਆ। ਕੋਈ ਰਾਤ ਰਾਣੀ ਆ, ਕੰਧ ਕੋਲ ਦੀ ਲੰਘਦਾ ਸੁਗੰਧੀ ਆਉਂਦੀ ਆ, ਅਨੁਭਵ ਕਰ ਲੈਂਦੇ ਆ ਮਨੁੱਖ। ਕਹਿੰਦਾ ਬੱਲੇ ਇੱਥੇ ਤਾਂ ਬਈ ਕਿਉੜੇ ਦੀ ਵਾਸ਼ਨਾ ਆ ਰਹੀ ਆ, ਚਮੇਲੀ ਦੀ ਆ ਰਹੀ, ਰਾਤ ਰਾਣੀ ਦੀ ਆ ਰਹੀ, ਗੁਲਾਬ ਦੀ ਆ ਰਹੀ ਆ। ਨੱਕ ਦੇ ਵਿੱਚ ਪ੍ਰਮਾਤਮਾ ਨੇ ਅਨੁਭਵ ਦੀ ਸ਼ਕਤੀ ਰੱਖੀ ਆ। ਬਿਨਾਂ ਦੇਖੇ ਤੋਂ ਹੀ ਸਾਨੂੰ ਗਿਆਨ ਕਰਾਉਂਦਾ। ਕੋਈ ਚੀਜ਼ ਕੰਧ ਦੇ ਅੰਦਰ ਆਵੇ, ਸੁਗੰਧੀ ਵਾਲਾ ਫੁੱਲ ਦਾ ਬੂਟਾ, ਤੇ ਕੋਲ ਦੀ ਲੰਘਦੇ ਗਿਆਨ ਕਰਾਉਂਦਾ ਵੀ ਆਹ ਤਾਂ ਚਵੇਲੀ ਦੀ ਵਾਸ਼ਨਾ ਆ ਰਹੀ ਆ, ਰਾਤ ਰਾਣੀ ਦੀ ਆ। ਅਨੁਭਵ ਦੀ ਸ਼ਕਤੀ ਆ। ਇਹ ਅਨੁਭਵ ਦਾ ਗਿਆਨ ਸਾਨੂੰ ਫੁੱਲ ਦਿੰਦੇ ਆ। ਸੁਗੰਧੀ ਆਉਂਦੀ ਆ, ਦੀਦੀ ਹੈ ਨਹੀਂ, ਮਹਿਸੂਸ ਹੁੰਦੀ ਆ। ਤੇ ਪਾਤਸ਼ਾਹ ਕਹਿੰਦੇ ਨੇ ਬਸ ਇਹੋ ਹੀ ਰੱਬ ਦੀ ਜੋਤੀ ਸਮਝ ਲਓ। ਪਰਮਾਤਮਾ ਦੀਦਾ ਨਹੀਂ, ਸਾਨੂੰ ਅਨੁਭਵ ਹੁੰਦਾ ਹੈ। ਅਨੁਭਵ ਦੇ ਵਿਸ਼ੇ ਹੈ, ਅਨੁਭਵ ਪ੍ਰਕਾਸ਼ ਹੈ। ਉਹ ਵਾਹਿਗੁਰੂ ਅੰਤਰਜਾਮੀ ਦੇ ਦਿਸਣ ਵਿੱਚ ਆ ਜਾਵੇ ਤੇ ਬਾਣੀ ਕਹਿੰਦੀ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿੱਦਣ ਰੱਬ ਦਿਸ ਪਿਆ ਫਿਰ ਉਹ ਮਨੁੱਖ ਬਣ ਜਾਓ, ਰੱਬ ਨਹੀਂ ਰਹਿਣਾ। ਅਸਲ ਕਾਰੀਗਰ, ਅਸਲ ਉਹੋ ਹੀ ਚੀਜ਼ ਹੁੰਦੀ ਆ। ਕਰਦੇ ਨਾ ਕੰਮ ਫਿਲਮਾਂ ਦੇ ਵਿੱਚ ਐਕਟਰ, ਜੇ ਐਕਟਰ ਦਾ ਪਤਾ ਲੱਗ ਜਾਏ ਤਾਂ ਫਿਲਮ ਕਾਹਦੀ ਰਹੀ। ਉਹ ਜੇ ਪਤਾ ਹੀ ਨਾ ਲੱਗੇ, ਉਹ ਸਮੇਂ ਇੱਕ ਐਕਟਰ ਖੁਸ਼ੀ ਗਮੀ ਦੇ ਵਿੱਚ ਹਰ ਸ਼ੌਕ ਵਿੱਚ ਗਰਕ ਕਰਨਾ ਦੇਖਣ ਵਾਲਿਆਂ ਨੂੰ, ਚਾਹੇ ਉਹ ਕਿੰਨਾ ਸ਼ਰਾਬੀ ਕੁਆਬੀ ਹੋਵੇ। ਜਦ ਉਹ ਵਿਰਾਗ ਦੀ ਫਿਲਮ ਦੇ ਵਿੱਚ ਉਹ ਬਣ ਕੇ ਆਉਂਦਾ ਸਾਂ, ਇਹੋ ਜਿਹਾ ਸੀਨ ਆਉਂਦਾ ਹੈ ਤੇ ਵਿਰਾਗ ਵਿੱਚ ਡੋਬ ਦਿੰਦਾ ਖੁਸ਼ੀ ਦੇ ਵਿੱਚ। ਤੇ ਇਹੋ ਜਿਹੇ ਸੀਨ, ਪਰ ਉਹ ਆਪਣੇ ਆਪ ਨੂੰ ਪਤਾ ਨਹੀਂ ਲੱਗਣ ਦਿੰਦਾ। ਬਹੁਤ ਸਾਰੇ ਬਹੁ ਰੂਪੀ ਹੁੰਦੇ ਹਨ, ਕਈ ਭੇਗ ਧਾਰਨ ਕਰ ਲੈਂਦੇ ਹਨ, ਪਰ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹੋ ਹੀ ਆ ਕਿ ਹੋਰ ਆ ਜਦੋਂ ਭੇਗ ਧਾਰਦੇ ਆ। ਇਸੇ ਤਰ੍ਹਾਂ ਨਿਰੰਕਾਰ ਦੀ ਇਹ ਰਚਨਾ ਹੈ। ਇੱਥੋਂ ਰਚਨਾ ਤੋਂ ਹੀ ਪਤਾ ਲੱਗਦਾ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ। ਹਜ਼ਾਰਾਂ ਹੀ ਆਦਮੀ ਬੈਠੇ ਆ, ਇੱਕ ਦੂਜੇ ਦਾ ਬੋਲ ਨਹੀਂ ਇੱਕ ਦੂਜੇ ਨਾਲ ਰਲਦਾ, ਇੱਕ ਦੂਜੇ ਦਾ ਚਿਹਰਾ ਨਹੀਂ ਰਲਦਾ। ਦਸਤਾਰ, ਗੁਫਤਾਰ ਤੇ ਰਫਤਾਰ, ਇਹ ਤਿੰਨ ਚੀਜ਼ਾਂ ਨਹੀਂ ਕਿਸੇ ਦੀਆਂ ਮਿਲਦੀਆਂ। ਦਸਤਾਰ
ਗੁਫਤਾਰ ਬੋਲਣਾ, ਰਫਤਾਰ ਤੁਰਨਾ, ਇਹ ਤਿੰਨ ਚੀਜ਼ਾਂ ਨਹੀਂ ਮਿਲਦੀਆਂ। ਇਹ ਪ੍ਰਮਾਤਮਾ ਇਤਨੀ ਵੱਡੀ ਰਚਨਾ ਵਿੱਚ ਫਰਕ ਰੱਖਿਆ ਹੋਇਆ ਹੈ। ਇੱਕ ਦੂਸਰੇ ਆਦਮੀ ਨਾਲ ਦੂਸਰਾ ਆਦਮੀ ਨਹੀਂ ਮਿਲਦਾ। ਇੱਕ ਹੀ ਮਾਂ ਦੇ ਪੁੱਤ, 5 ਪੁੱਤ ਹਨ, 5 ਦੀ ਅੱਡ ਅੱਡ ਸ਼ਕਲਾਂ ਹੁੰਦੀਆਂ, ਮਿਲਦੇ ਨਹੀਂ। ਇਹ ਨਿਰੰਕਾਰ ਦੀ ਉਹੀ ਰਚਨਾ ਹੈ। ਇੱਥੋਂ ਹੀ ਪਤਾ ਲੱਗਦਾ ਵੀ ਇਤਨੀ ਵੱਡੀ ਰਚਨਾ ਨੂੰ ਬਣਾਉਣ ਵਾਲਾ ਪ੍ਰਮਾਤਮਾ ਉਹ ਕੋਈ ਚੀਜ਼ ਹੈ, ਉਹ ਕੋਈ ਪਾਵਰ ਹੈ, ਸ਼ਕਤੀ ਹੈ। ਉਹ ਪ੍ਰਮਾਤਮਾ ਸ਼ਕਤੀ ਹੈ, ਪਾਵਰ ਹੈ। ਬਿਜਲੀ ਦੀਆਂ ਤਾਰਾਂ ਜਾਂਦੀਆਂ, ਸਾਨੂੰ ਤਾਰਾਂ ਦੀਦੀਆਂ, ਬਿਜਲੀ ਤੇ ਨਹੀਂ ਦੀਦੀ, ਵਿੱਚ ਕਰੰਟ ਨਹੀਂ ਦੀਦਾ। ਜੇ ਪੁੱਛਣ ਵਾਲੇ ਨੂੰ ਪੁੱਛੋ ਕੀ ਆ, ਕਹੂਗਾ ਤਾਰਾਂ। ਤੇ ਜੇ ਉਹਨੂੰ ਕਹੇ ਦੇ ਵਿੱਚ ਬਿਜਲੀ ਆ, ਜਿਹੜਾ ਸਿਆਣਾ ਉਹ ਤਾਂ ਮੰਨ ਲਿਓ ਵੀ ਬਿਜਲੀ ਹੋਊ, ਪਰ ਅਣਜਾਣ ਤੇ ਨਾ ਮੰਨੋ ਤਾਂ ਕਹੂ ਤਾਰਾਂ। ਜੇ ਉਹਦਾ ਹੱਥ ਲਵਾ ਦਈਏ ਤੇ ਜਦੋਂ ਮਾਰਿਆ ਝੜਕੇ ਦੂਰ ਸੁੱਟਿਆ, ਫੇਰ ਪਤਾ ਲੱਗੂ ਵਿੱਚ ਕੁਛ ਹੈ। ਇਸੇ ਤਰ੍ਹਾਂ ਪ੍ਰਮਾਤਮਾ ਇੱਕ ਪਾਵਰ ਹੈ, ਸ਼ਕਤੀ ਹੈ। ਉਹਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਤੇ ਹੈ ਉਹ ਮਹਾਨ ਪਾਵਰ, ਸ਼ਕਤੀ। ਇਤਨਾ ਵੱਡਾ ਬ੍ਰਹਿਮੰਡ ਜਿਹੜਾ ਹੁਕਮ ਦੇ ਵਿੱਚ ਚੱਲ ਰਿਹਾ। ਆਹ ਚੰਦਰਮਾ, ਸੂਰਜ ਕਦੇ ਟਕਰਾਏ ਆ? ਰੋਜ਼ ਐਕਸੀਡੈਂਟ ਹੁੰਦੇ ਸੜਕਾਂ ਤੇ। ਇਹ ਨਿਰੰਕਾਰ ਦੇ ਹੁਕਮ ਦੇ ਵਿੱਚ ਚੱਲ ਰਹੇ ਹਨ। ਇੱਕ ਮਹਾਨ ਪਾਵਰ, ਤਾਕਤ ਇਹ ਬ੍ਰਹਿਮੰਡ ਨੂੰ ਕਿਸੇ ਹੁਕਮ ਦੇ ਵਿੱਚ ਲਾ ਰਹੀ ਹੈ, ਕਿਸੇ ਮਰਜ਼ਾਦਾ ਦੇ ਵਿੱਚ ਲਾ ਰਹੀ ਹੈ। ਉਸੇ ਦੀ ਬਾਤ ਪਾਤਸ਼ਾਹ ਦੱਸਦੇ ਆ, ਨਾਨਕ ਸੱਚ ਦਾਤਾਰ ਸਨਾਤ ਕੁਦਰਤੀ। ਉਹ ਵਾਹਿਗੁਰੂ ਅੰਤਰਜਾਮੀ, ਕੁਦਰਤਾਂ ਦੁਆਰਾ ਜਾਣਿਆ ਜਾਂਦਾ ਹੈ। ਹੋਰ ਉਹਨੂੰ ਦੇਖਣ ਵਾਲੀ ਸਾਡੇ ਕੋਲੇ ਕੋਈ ਅੱਖ ਨਹੀਂ। ਬੋਲਿਆ ਸਾਈਂ ਬਾਝੋਂ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਸਾਡੀਆਂ ਅੱਖਾਂ ਉਸ ਨੂੰ ਦੇਖ ਨਹੀਂ ਸਕਦੀਆਂ। ਉਹ ਹੋਰ ਅੱਖਾਂ ਹਨ ਜਿਨ੍ਹਾਂ ਨਾਲ ਅਸੀਂ ਉਹ ਨਿਰਾਕਾਰ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ। ਅੱਖੀਆਂ ਨੇ ਹੋਰ ਜੀ ਜਿਨ੍ਹਾਂ ਨਾਲ ਪਿਆਰਾ ਦੀਦਾ, ਅਸੀਂ ਬਾਹਰਲੀ ਅੱਖਾਂ ਨਾਲ ਗੁਰੂ ਨੂੰ ਦੇਖਦੇ ਹਾਂ, ਪਰ ਗੁਰੂ ਸਰੀਰ ਨਹੀਂ ਹੁੰਦਾ। ਸਰੀਰ ਦੇ ਨਾਲ 5 ਤੱਤਾਂ ਦੀ ਰਚਨਾ ਦੀਦੀ ਹੈ। ਅੰਤਮ ਸਮੇਂ ਦਸਮ ਪਾਤਸ਼ਾਹ ਮਹਾਰਾਜ ਜਦ ਸਿੱਖ ਸੰਗਤਾਂ ਵਿਰਾਗ ਕਰਨ ਲੱਗੀਆਂ, ਪਾਤਸ਼ਾਹ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ। ਸਿੱਖ ਸੰਗਤਾਂ ਧਾਹਾਂ ਮਾਰ ਕੇ ਰੋਣ ਲੱਗੀਆਂ। ਪਿਆਰ ਹੁੰਦਾ ਨਾ ਮਹਾਂਪੁਰਖਾਂ ਦਾ ਦੇ ਨਾਲ, ਸੰਗਤਾਂ ਦਾ, ਗੁਰੂਆਂ ਦੇ ਨਾਲ। ਸਿੱਖ ਧਾਹਾਂ ਮਾਰ ਮਾਰ ਕੇ ਰੋਂਦੇ ਸਨ। ਜੋ ਰਾੜੇ ਸਾਹਿਬ ਵਾਲੇ ਮਹਾਂਪੁਰਖ ਸੱਚਖੰਡ ਨੂੰ ਗਏ ਤਾਂ ਉਸ ਸਮੇਂ ਰਾੜੇ ਸਾਹਿਬ ਦੇ ਦਰਾਂ, ਖਾਲਸਾ ਜੀ ਤੁਸੀਂ ਮੈਨੂੰ ਸਰੀਰ ਸਮਝਦੇ ਹੋ?
जद बाबे वीर सिंह दे तोप का गोला लगा पट दे विच ते सेवादार गड़वई ओदी चीख निकली। महापुरखा ने ओदे वस के चपेड़ मारी सेवादार ने। कहण लगे मूर्खा मैनू शरीर समझदा, ये तो शरीर एक मिट्टी आ देखण वाली, मैं तो वो चीज़ हाँ नैनंग दहमती शास्त्र राणी नैनंग दहमती पाप का, मैनू कोई शास्त्र कट नहीं सकता, मैनू अग नहीं साड़ सकती, मैं वो वस्तु हाँ। कलगीधर गुरदेव पिता सेवादार नूं कहण लगे मेरे कमर कसा कर, ते कमर कसा करदा हथ विच आ जांदा। जब कमर कसा लकना करदा हथ विच आ जांदा, पातशाह ये की खेड़। कहण लगे असीं मनुखी शरीर धारण करके दुनिया के भले वास्ते मनुखी शरीर विच वरते हाँ। हुण साडा शरीर दीदा है पर साडा शरीर नहीं, क्योंकि गुरु नूर हुंदा मेरा प्रकाश। साडा शरीर जिहड़ा वो नूर है, पंजां तत्तां दी रचना नहीं। पंजां तत्तां दी रचना तां मरदी जमदी आ ते गुरु जमण मरण तो रहत हुंदा, परमात्मा दा रूप होया करदा। इसे वास्ते पातशाह कहंदे गुरु गोबिंद गोविंद गुरु है, नानक भेद ना पाई। गुरु गोबिंद है ते परमात्मा गोविंद का रूप होया करदा। वाहिगुरू अंतरजामी दा निर्गुण रूप तां व्यापक है सारे, ते सरगुण स्वरूप गुरु होया करदा। गुरु निरंकार दा सरगुण रूप हुंदा। सिंह कमर कसा लाउंदे हत्थ विच आ जांदा, फिर लाउंदे हत्थ विच आ जांदा, कमर कसे दी गाठी नहीं आउंदी। महाराज कहण लगे आ साडा स्वरूप आ निर्गुणा, देखण नूं तुहानूं प्रतीत हुंदा सी निर्गुणिया सरगुण पीओ ही कला तारजन सगली मोही। आपे निर्गुण है आपे ही सरगुण है। और निरंकार ने गुरु नानक दा सरगुण स्वरूप धारण कीता साडे भले वास्ते। गुरु नानक नूं लोड़ कोई नहीं सी, साडे पापियां दे भले वास्ते गुरु नानक ने अवतार लेना कीता। कब सिंह कहे अवतार भयो, हम जैसे गरीब नवाजन को, साडे वर्गे गरीबां नवाजण वास्ते अवतार होया गुरु नानक दा, कलगीधर गुरदेव पिता दा। नहीं तो उन्होंने की लोड़ सी हेमकुंड दे वासी नूं ਉਹ ਆਨੰਦ ਦਾ ਸਾਗਰ ਛੱਡਣ ਦੀ। ਚੇਤਨਾ ਭਇਓ ਹਮਰੋ ਆਵਣ ਕਹੇ, ਚੁਵੀ ਰਹੀ ਸੁਰਤ ਪ੍ਰਭ ਚਰਨਨ ਮੈਂ। ਕਲਗੀਧਰ ਮਹਾਰਾਜ ਕਹਿੰਦੇ ਹਨ ਸਾਡਾ ਜੀ ਨਹੀਂ ਸੀ ਕਰਦਾ ਮਾਤਲਬ ਦੀ ਧਰਤੀ ਤੇ ਆਉਣ ਨੂੰ। ਸਾਡੀ ਇਤਨੀ ਸੁਰਤ ਜੁੜੀ ਹੋਈ ਸੀ ਨਿਰੰਕਾਰ ਦੇ ਚਰਨਾਂ ਵਿੱਚ, ਪਰ ਹੁਕਮ ਦੀਆਂ ਬੰਨਿਆਂ ਦੁਨੀਆਂ ਵਿੱਚ ਆਉਣਾ ਪਿਆ। ज्यों क्यों कर हमको समझायो, इम कह के ये लोक पठायो। परमात्मा ने बहुत जुगतियां द्वारा समझाया सन, फिर दुनिया में भेजा, पर दुनिया ते आउण नूं जी नहीं करदा कलगीधर दा। साडे भले वास्ते गुरु साहिबां नूं दुनिया ते आउणा पिया। आया गुरु नानक जग
गुरु जागदी जोत है, हाजर नाजर जागदी जोत है, गुरु जागत जोत जपे निस्वासर, एक बिना मन नायक नाने। ਉਹ ਜਾਗਦੀ ਜੋਤ ਗੁਰੂ ਦਾ ਸਰਗੁਣ ਸਰੂਪ ਹੁੰਦਾ ਨਿਰੰਕਾਰ ਦਾ। ਸਿੰਘ ਪਹਿਰੇ ਤੇ ਹਨ, ਅੱਧੇ ਚਲੇ ਗਏ ਰਾਸ ਦੇਖਣ, ਕ੍ਰਿਸ਼ਨ ਲੀਲਾ ਰਾਮ ਲੀਲਾ। ਜਾਣ ਵਾਲੇ ਪਛਤਾਵਾ ਕਰਦੇ ਰਹੇ, ਕਿਉਂ ਆਏ, ਕਿਉਂ ਆਉਣਾ ਸੀ, ਕੀ ਦੇਖਿਆ ਇੱਥੇ ਆ ਕੇ। ਤੇ ਜਿਹੜੇ ਉੱਥੇ ਦੇਖਦੇ ਸੀ ਪਹਿਰੇ ਤੇ ਰਹੇ, ਉਹਨਾਂ ਦੇ ਮਨ ਦੇ ਵਿੱਚ ਇਹ ਹੋ ਗਿਆ ਵੀ ਮਹਾਰਾਜ ਤਾਂ ਸੁੱਤੇ ਸੀ, ਸੁੱਤੇ ਸੁੱਤਿਆਂ ਜਾ ਕੇ ਅਸੀਂ ਦੇਖ ਆਉਂਦੇ, ਕੀ ਪਤਾ ਲੱਗਣਾ ਸੀ ਮਹਾਰਾਜ ਨੂੰ। ਦਿਨੇ ਦਰਬਾਰ ਸਜਿਆ, ਪਹਿਰੇ ਵਾਲੇ ਵੀ ਇਸ਼ਨਾਨ ਕਰਕੇ ਆ ਗਏ, ਤੇ ਉਹ ਜਿਹੜੇ ਰਾਮਲੀਲਾ ਦੇਖਣ ਗਏ ਸੀ ਉਹ ਨਹਾ ਧੋ ਕੇ ਵਿਚਾਰੇ ਸੌਂਦੇ ਸੌਂਦੇ ਡਰਦੇ ਡਰਦੇ ਆ ਕੇ ਉਹ ਵੀ ਬੈਠ ਗਏ। ਜਦੋਂ ਸਾਰੇ ਆ ਕੇ ਬੈਠ ਗਏ ਤੇ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਪਹਿਰੇਦਾਰੋ, ਸਿੰਘੋ, ਰਾਤ ਕੌਣ ਗੈਰ ਹਾਜ਼ਰ ਸਨ। ਤੇ ਜਿਹੜੇ ਪਹਿਰੇ ਤੇ ਵਾਲੇ ਸੀ ਉਹ ਤਾਂ ਉੱਠ ਕੇ ਖੜੇ ਹੋ ਗਏ ਛੇਤੀ ਨਾਲ, ਜਿਹੜੇ ਚਲੇ ਗਏ ਰਾਮਲੀਲਾ ਦੇਖਣ ਉਹ ਵਿਚਾਰੇ ਡਰਦੇ ਡਰਦੇ ਕੰਬਦੇ ਖੜੇ ਹੋਏ, ਹੱਥ ਜੁੜੇ ਹੋਏ, ਵੀ ਪਤਾ ਨਹੀਂ ਕੀ ਵਰਤੂ ਪਾਣਾ ਹੁਣ। ਤੇ ਉਹ ਜਿਹੜੇ ਹਾਜ਼ਰ ਸੀ ਬੜੇ ਹੌਸਲੇ ਨਾਲ ਹਉਮੈ ਨਾਲ ਬੋਲੇ, ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸੀਂ ਹਜ਼ੂਰ ਦੇ ਪਹਿਰੇ ਤੇ ਰਹੇ ਤੇ ਆਹ ਬਾਕੀ ਦੇ ਚਲੇ ਗਏ ਦੇਖਣ ਵਾਸਤੇ ਰਾਮਲੀਲਾ ਸ਼ਹਿਰ ਵਿੱਚ। ਇਹ ਬੜੇ ਹਉਮੈ ਨਾਲ ਬੋਲੇ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਪ੍ਰੇਮੀਓ, ਗਏ ਹਾਜ਼ਰ 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 ਗਏ ਹਾਜ਼ਰ, 3 ਵਾਰ ਬਚਨ ਕੀਤਾ। ਫਿਰ ਕਹਿਣ ਲੱਗੇ, ਪਾਤਸ਼ਾਹ ਇਹ ਕੀ, ਸਮਝ ਨਹੀਂ ਸਕੇ ਕੀ ਹੁਕਮ ਹੈ ਇਹਦੇ ਵਿੱਚ। ਪਾਤਸ਼ਾਹ ਕਹਿਣ ਲੱਗਿਆ, ਜਿਹੜੇ ਬੜੇ ਹਉਮੈ ਨਾਲ ਬੋਲਦੇ ਆ ਨਾ ਖੜੇ, ਇਹ ਗਏ ਹਾਜ਼ਰ ਸੀ, ਸਰੀਰ ਕਰਕੇ ਸਾਡੇ ਪਹਿਰੇ ਤੇ ਖੜੇ ਸੀ, ਪਰ ਇਹਨਾਂ ਦੇ ਮਨ ਜਿਹੜੇ ਉਹ ਤਾਂ ਰਾਮਲੀਲਾ ਵਿੱਚ ਫਿਰਦੇ ਸੀ, ਰਾਮਲੀਲਾ ਦੇਖਦੇ। ਤੇ ਆਹ ਜਿਹੜੇ ਗਏ ਹਾਜ਼ਰ ਕਮਰੇ ਵਿਚਾਰੇ, ਇਹ ਸਾਡੇ ਚਰਨਾਂ 'ਚ ਫਿਰਦੇ, ਸਾਡੇ ਮਨ ਨਾਲ। ਇਹ ਡਰਦੇ ਸਨ ਕਿ ਮਹਾਰਾਜ ਨੂੰ ਪਤਾ ਲੱਗਿਆ, ਪਤਾ ਨਹੀਂ ਕੀ ਸਜ਼ਾ ਮਿਲੂ, ਕਿਉਂ ਆਏ, ਕਿਉਂ ਮੂਰਖਪਣਾ ਕੀਤਾ। ਇਹ ਡਰਦੇ ਹੋਏ ਸਾਡੇ ਮਨ ਚਰਨਾਂ ਵਿੱਚ ਰਹੇ, ਇਹਨਾਂ ਦੇ ਮਨ ਰਾਮਲੀਲਾ ਵਿੱਚ ਲਏ। ਤੇ ਹੁਣ ਉਹ ਜਿਹੜੇ ਬੜੇ ਔਕੜ ਨਾਲ ਬੋਲਦੇ ਸੀ ਹਉਮੈ ਨਾਲ, ਉਹਨਾਂ ਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ। ਮਹਾਰਾਜ ਕਹਿਣ ਲੱਗੇ, ਕਿਉਂ ਵੀ ਸੱਚ ਦੱਸੋ, ਤੁਸੀਂ ਕੀ ਗੱਲਾਂ ਕਰਦੇ ਸੀ, ਮਹਾਰਾਜ ਨੂੰ ਕੀ ਪਤਾ ਲੱਗਣਾ ਸੀ, ਅਸੀਂ ਵੀ ਦੇਖ ਆਉਂਦੇ ਭੱਜ ਕੇ, ਤੁਹਾਡੇ ਮਨ ਰਹੇ ਕਿ ਨਹੀਂ ਰਹੇ। ਹੁਣ ਨੀਵੀਆਂ ਪੈ ਗਈਆਂ, ਕੌਣ ਬੋਲੇ, ਸੱਚੇ ਪਾਤਸ਼ਾਹ, ਆਪ ਨੂੰ ਕੀ ਭੁੱਲਿਆ ਹੋਇਆ, ਆਪ ਅੰਤਰਜਾਮੀ ਹੋ, ਸਰਬੱਗ ਹੋ, ਅਸੀਂ ਮੂਰਖ ਹਾਂ। ਉਹ ਜਿਹੜੇ ਗਏ ਸੀ ਉਹਨਾਂ ਨੇ ਵੀ ਆ ਕੇ ਚਰਨਾਂ ਤੇ ਮਾਫੀਆਂ ਮੰਗੀਆਂ, ਪਾਤਸ਼ਾਹ ਬਖਸ਼ ਲਓ, ਆਪ ਦਾ ਪਹਿਰਾ ਛੱਡ ਕੇ ਗਏ, ਮੂਰਖਪਣਾ ਕੀਤਾ, ਡਿਊਟੀ ਤੇ ਪੱਕੇ ਨਾ ਰਹੇ। ਮਹਾਰਾਜ ਕਹਿਣ ਲੱਗੇ, ਚਲੋ ਗਲਤੀ ਤਾਂ ਮੁਕਤ ਹੁੰਦੀ ਹੈ, ਪਰ ਅੱਗੇ ਵਾਸਤੇ ਨਹੀਂ ਜਾਣਾ। ਹੁਕਮ ਨਹੀਂ ਗੁਰੂ ਨਾਨਕ ਦਾ ਨਾਟਕ ਚੇਟਕ ਦੇਖਣ ਦਾ, ਸਿਨੇਮੇ ਦੇਖਣ ਦਾ, ਦੁਨੀਆ ਤੋਂ ਚੋਰੀ ਦੇਖਦੇ ਹਾਂ, ਵਰਦੀਆਂ ਬਦਲ ਕੇ ਸਿਨੇਮਿਆਂ ਵਿੱਚ ਜਾਂਦੇ ਹਾਂ। ਰਾਗੀ ਸਿੰਘ ਸ਼ਹਿਰਾਂ ਦੇ, ਗ੍ਰੰਥੀ ਸਿੰਘ ਵਰਦੀਆਂ ਬਦਲ ਕੇ ਸਿਨੇਮਾ ਦੇਖਣਗੇ। ਇੱਕ ਰਾਗੀ ਸਿੰਘ ਤੇ ਉਹ ਕਹਿੰਦਾ, ਅਸੀਂ ਤਾਂ ਫਿਰ ਫਿਲਮਾਂ 'ਚੋਂ ਕਹਿੰਦਾ ਕੱਢਣੇ ਹੁੰਦੇ ਗਾਣੇ ਤਾਂ ਦੇਖਦੇ ਹਾਂ। ਮੈਂ ਫਿਰ ਗੁਰੂ ਨਾਨਕ ਦੇ ਦਰਬਾਰ ਵਿੱਚ ਨਹੀਂ ਤੇਰੇ ਗਾਣੇ ਪ੍ਰਵਾਨ ਨਹੀਂ ਕਹਾਉਣੇ, ਠੀਕ ਆ, ਦੁਨੀਆ ਨੂੰ ਖੁਸ਼ ਕਰ ਲੇਗਾ ਕਰਜ਼ਾ ਵਜਾ ਕੇ ਬਾਬੇ ਦੇ ਸ਼ਬਦਾਂ ਦੇ ਨਾਲ ਮਿਲਾ ਕੇ, ਪਰ ਪਰਲੋਕ ਦੇ ਵਿੱਚ ਤਾਂ ਸਜ਼ਾ ਮਿਲਣੀ ਇਹਨਾਂ ਗੱਲਾਂ ਦੀ। ਕਿਉਂ ਤੁਸੀਂ ਬਾਬੇ ਦੇ ਵਜ਼ੀਰ ਹੋ ਕੇ ਲੋਕਾਂ ਨੂੰ ਤਾਂ ਸਮਝਦੇ ਵੀ ਲੋਕ ਨਾ ਦੇਖਣ, ਚੋਰੀ ਕਰਦੇ ਹੋ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ। ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ ਉਹ ਗੁਰਮੁਖ ਆ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰਸਿੱਖ ਬਾਜ਼ਾਰ ਵਿੱਚ ਸੌਦਾ ਖਰੀਦਾ ਫਿਰਦਾ ਹੈ, ਮੂਲ ਮੰਤਰ ਦਾ ਪਾਠ ਕਰਦਾ, ਤੁਰਿਆ ਜਾਂਦਾ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰਦਾ। ਗੁਰਮੁਖ ਕਦੇ ਵੀ ਆਪਣੇ ਗੁਰੂ ਨੂੰ ਦੂਰ ਨਹੀਂ ਸਮਝਦਾ। ਹਰ ਗੱਲ ਦੇ ਵਿੱਚ ਗੁਰਸਿੱਖ ਨੇ ਜੇ ਕੋਈ ਚੰਗਾ ਕੰਮ ਕਰਨਾ ਤਾਂ ਵੀ ਆਪਣੇ ਗੁਰੂ ਦੀ ਆਗਿਆ ਲੈਂਦਾ। ਮਾੜਾ ਕੰਮ ਤਾਂ ਗੁਰਮੁਖ ਕਰਦਾ ਹੀ ਨਹੀਂ ਨਾ। ਮਾੜੇ ਕੰਮ ਵੱਲ ਗੁਰਮੁਖ ਦਾ ਹੱਥ ਕਦੇ ਨਹੀਂ ਜਾਂਦਾ। ਜੇ ਮਾੜੇ ਕੰਮ ਵੱਲ ਜਾਂਦਾ ਫਿਰ ਉਹ ਗੁਰਮੁਖ ਨਹੀਂ ਰਹਿੰਦਾ, ਫਿਰ ਤਾਂ ਮਨਮੁਖਾਂ ਵਿੱਚ ਦਰਜਾ।
महाराज ने कुछ प्रमाण दे के दृष्टांत दे के दसिया। गुरसिख ने चंगा काम करना ना, जे सेवा भी करनी है, दान भी करना, नाम भी जपना ते अरदास करके आरंभ करे, फिर वो सफला हुंदा। हरि चंद दान करे जस लेवे, बिन गुर अंत ना पाए पे। हरिचंद राजे ने गुरु की आग्ञा बिना दान किया ते ਉਹ ਦਾਨ ਇਹੋ ਜਿਹਾ ਉਲਟਾ ਪਿਆ, ਉਹਨੂੰ ਚੰਡਾਲਾਂ ਦੇ ਘਰਾਂ ਦੇ ਵਿੱਚ ਵਿਕਣਾ ਪਿਆ, ਮੰਡੀਆਂ ਵਿੱਚ ਹੁੰਦਾ ਹੈ ਹਰੀਚੰਦ ਰਾਜਾ। ਕਿਉਂ? ਹਉਮੈ ਦੇ ਸਹਿ ਦਾਨ ਕੀਤਾ ਗੁਰੂ ਦੇ ਪੁੱਛੇ ਬਿਨਾ। ਬਲ ਰਾਜਾ ਮਾਇਆ ਹੰਕਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ। ਬਲ ਰਾਜਾ ਮਾਇਆ ਦੇ ਵਿੱਚ ਹੰਕਾਰੀ ਸੀ, ਆਪਣੇ ਗੁਰੂ ਦੀ ਆਗਿਆ ਲਏ ਬਿਨਾ ਉਹਨੇ ਦਾਨ ਕੀਤਾ, ਛੜਿਆ ਗਿਆ, ਠੱਗਿਆ ਗਿਆ। गुरु ने बथेरा समझाया, शुक्रपोत ने कहने लगा विष्णु आ ठगवाड़ा, देखी किते ठग्या जावे, पर उन्हें एक भी गुरु की गल ना मनी। गुरु का फर्ज हुंदा सिख का बचाव करना, गुरु सिख नूं रखना विघना तो। अखीर जब नाम मन्निया, उन्हां समय विच लोटे हुंदे, ਉਹਦੇ ਵਿੱਚੋਂ चूही छड्डी जाती। 2.5 कदम धरती वास्ते बल राजा चूही छड्डण वास्ते तैयार हो गया, गुरु की गल नहीं मनी। ते गुरु देखो कित्थों तक बचा करदा। एक छोटा जिहा टिड्डे का रूप धार के नाली दे विच जा फसिया शुक्रक्रोध, पानी नहीं निकलदा। विष्णु नूं पता सी कि ये तां शुक्रक्रोध जा वड़िया, बंद करती नाली लोटे दी। कहण लगा राजे नूं छोटा जिहा डक्का लै के ना विच मार। उन्हें एक डक्का लिया छोटा जिहा, विच मारिया, ਉਹਦੀ ਅੱਖ ਦੇ ਵਿੱਚ ਜਾ के लगा, ਅੱਖ चों पानी निकलिया, 2 बूंदा पानी निकलिया, दान करते। उदों तो शुक्रपोत काना आखे डक्का लगा होया सी। इत्थों 2 गल्लां प्रगट होंदियां ने। एक तो सिख गुरु की आग्ञा लए बिना कोई चंगा काम ना करे, ते दूसरा गुरु का फर्ज हुंदा भी अपने सिख की रखिया करनी। ते दान करने वाले दादियां ने जिहड़ा रुकावट पाउंदा वो भी माड़े ने, वो दान करदा सी, ਉਹਨੂੰ रोकदा सी चंगे पासे तो, पर दान करदा हौमे दे सहित अपने गुरु की आग्ञा लै बिना, जिस करके बल राजा नूं पताल दा राज मिलिया। गुण गावे बल राओ सबत पताल बसंतो। गुरु नानक साहब दे सवाइयां विच भट्टां ने लिखिया है, गुरु नानक देव सच्चे पातशाह तेरे गुण तां बल राजा भी 7वें पताल विच गा रहा। बल राजा गुण गावे बल राओ सबत पताल बसंतो, जो 7वें पताल विच हेठां तेरे गुण गा रहा। गुरु नानक देव सारी दुनिया गुण गा रही है, जितने धरती आकाश देवी देवते राक्षस सारी दुनिया गुरु नानक दे गुण गा रही है। कोई इहो जिहा मनुख नहीं जिहड़ा गुरु नानक दा जस ना करदा होवे। आया गुरु नानक जग
ਜਿਹੜੇ ਗਏ ਹਾਜ਼ਰ ਉਹ ਹਾਜ਼ਰ ਚਰਨਾਂ ਦੇ ਵਿੱਚ ਮੰਨ ਰਿਹਾ, ਤੇ ਜਿਹੜੇ ਸਰੀਰ ਕਰਕੇ ਹਾਜ਼ਰ ਸੀ ਉਹ ਗਏ ਹਾਜ਼ਰ, ਉਹਨਾਂ ਨੂੰ ਗਏ ਹਾਜ਼ਰ ਦਾ ਦਰਜਾ ਦੇ ਦਿੱਤਾ ਬਾਬੇ ਨੇ। ਤੇ ਗੁਰੂ ਨਾਨਕ ਨੇ ਦੌਲਤ ਖਾਂ ਨਵਾਬ ਨੂੰ ਮੁੱਖ ਰੱਖ ਕੇ ਸਾਨੂੰ ਉਪਦੇਸ਼ ਦਿੱਤਾ ਸਾਰੀ ਦੁਨੀਆ ਨੂੰ। ਜਿਵੇਂ ਦੌਲਤ ਖਾਂ ਨਵਾਬ ਨਵਾਜ਼ ਪੜ੍ਹਦਾ, ਮਨ ਉਹਦਾ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ। ਬਾਬੇ ਨੇ ਨਮਾਜ਼ ਨਹੀਂ ਪੜ੍ਹੀ, ਕਾਜ਼ੀ ਗੁੱਸੇ ਵਿੱਚ ਆ ਗਿਆ, ਨਵਾਬ ਗੁੱਸੇ ਵਿੱਚ ਆਇਆ। ਨਾਨਕ ਜੀ ਤੁਸੀਂ ਸਾਡੇ ਨਾਲ ਝੂਠਾ ਵਾਅਦਾ ਕੀਤਾ, ਨਮਾਜ਼ ਪੜਾਂਗੇ, ਕਿਉਂ ਨਹੀਂ ਪੜ੍ਹੀ? ਮਹਾਰਾਜ ਹੱਸ ਕੇ ਕਹਿਣ ਲੱਗਾ, ਨਵਾਬ ਸਾਹਿਬ, ਕਾਜੀ ਜੀ ਜੇ ਨਮਾਜ਼ ਪੜ੍ਹਦੇ ਮੈਂ ਜ਼ਰੂਰ ਪੜ੍ਹਦਾ ਤੁਹਾਡੇ ਨਾਲ, ਪਰ ਮੈਂ ਕਰਾਂ ਕੀ, ਤੁਹਾਡੇ ਮਨ ਹੀ ਹਾਜ਼ਰ ਨਹੀਂ ਸੀ, ਕਿਹਦੇ ਨਾਲ ਪੜ੍ਹਦਾ? ਕਾਜੀ ਗੁੱਸੇ ਵਿੱਚ, ਕਿੱਥੇ ਗਿਆ ਸੀ ਮੇਰਾ ਮਨ, ਨਵਾਬ ਦਾ ਕਿੱਥੇ ਗਿਆ ਸੀ? ਮਹਾਰਾਜ ਕਹਿਣ ਲੱਗੇ, ਨਵਾਬ ਦਾ ਮਨ ਤਾਂ ਫਿਰਦਾ ਸੀ ਕਾਬਲੇ 'ਚ ਘੋੜੇ ਖਰੀਦਦਾ, ਤੇ ਤੇਰਾ ਮਨ ਫਿਰਦਾ ਸੀ ਘਰ ਦੇ ਵਿੱਚ। ਤਾਜੀ ਘੋੜੀ ਸੂਈ ਆ, ਕੋਲੇ ਆ ਇੱਕ ਟੋਆ ਡੂੰਘਾ, ਤੇ ਤੇਰਾ ਮਨ ਤਾਂ ਘੋੜੇ ਦੇ ਵਿਸ਼ੇਰੇ ਦੀ ਨਮਾਜ਼ ਪੜ੍ਹਦਾ ਫਿਰਦਾ ਸੀ ਵੀ ਕਿਤੇ ਵਿਸ਼ੇਰਾ ਟੋਏ ਵਿੱਚ ਨਾ ਜਾ ਟਕੇ। ਨਵਾਬ ਕਹਿਣ ਲੱਗਾ, ਕਾਜੀ ਝੂਠ ਨਾ ਬੋਲੀ, ਸੱਚ ਦੱਸੀ, ਰੱਬ ਦੀ ਦਰਗਾਹ। ਕਹਿਣ ਲੱਗਾ, ਹੈ ਤਾਂ ਸੱਚ, ਪਰ ਇਹਨੂੰ ਕਿੰਨੇ ਦੱਸਤਾ ਮੇਰੇ ਘਰ ਵਿੱਚ ਟੋਆ? ਕਹਿਣ ਲੱਗਾ, ਇਹ ਤਾਂ ਫਿਰ ਖੁਦਾ ਹੈ ਨਾਨਕ। ਨਵਾਬ ਚਰਨੀ ਦੇ ਵਿੱਚ, ਸਿਰ ਪੀਰਨ ਕੇ ਪੀਰ ਪੀਰ ਹਰ ਮੋਰੀਆ। ਐ ਗੁਰੂ ਨਾਨਕ ਦੇ, ਤੂੰ ਮੇਰਾ ਮਹਾਨ ਪੀਰਾਂ ਦਾ ਪੀਰ ਆ, ਮੇਰੀ ਪੀੜ ਹਰਦੇ ਜਨਮ ਮਰਨ ਦੀ, ਕਿਰਪਾ ਕਰਕੇ ਮਨ ਵਸ ਕਰਨ ਦੀ ਜੁਗਤੀ ਦੱਸੋ। ਮਹਾਰਾਜ ਕਹਿਣ ਲੱਗੇ, ਮਨ ਵਸ ਆਉਣਾ ਹੀ ਔਖਾ, ਮਨ ਦਾ ਹੀ ਸਾਰਾ ਰੌਲਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਪੂਰੇ ਗੁਰੂ ਦੀ ਕਿਰਪਾ ਹੋਵੇ ਤਾਂ ਮਨ ਵਸ ਵਿੱਚ ਆਉਂਦਾ, ਨਹੀਂ ਤਾਂ ਬੜੇ ਬੜੇ ਮਰ ਗਏ ਰੋਂਦੇ, ਬੜੇ ਬੜੇ ਰਿਖੀ ਨਹੀਂ, ਇਹ ਮਨ ਵਸ ਵਿੱਚ ਨਹੀਂ ਆਉਂਦਾ। ਮਨ ਵਸ ਆਵੇ ਕਿਰਪਾ ਕਰੋ, ਮਨ ਵਸ ਕਰਨ ਦੀ ਜੁਗਤੀ ਦੱਸੋ। ਗੁਰੂ ਨਾਨਕ ਨੇ ਨਵਾਬ ਨੂੰ ਮੁੱਖ ਰੱਖ ਕੇ ਸਾਨੂੰ ਸਾਰਿਆਂ ਨੂੰ ਪਿੱਤਰ ਉਪਦੇਸ਼ ਦਿੱਤਾ। ਉਹ ਕੀ? ਸੁਣੋ ਖਾਨ ਦੇ ਕਾਨ ਪਰਬਲ ਮਨ ਲੋਲ ਹੈ। ਉਹ ਖਾਨ ਸੁਣ, ਮਨ ਬੜਾ ਹੀ ਚੰਚਲ ਆ। ਬਸ ਇਸੇ ਦਾ ਹੀ ਸਾਰਾ ਰੌਲਾ, ਜਿੰਨੇ ਗ੍ਰੰਥ ਆ ਸਾਰੇ ਮਨ ਤੇ ਹੀ ਰਜੇ ਗਏ। ਸੁਣੋ ਖਾਨ ਦੇ ਕਾਨ ਪਰਬਲ ਮਨ ਲੋਲ ਹੈ, ਜਾਂ ਕੋ ਰੋਕਨ ਕਠਨ ਰੋਕੇ ਤਾਂ ਅਮੋਲ ਹੈ। ਬਿਨ ਰੋਕੇ ਸਾ ਭੋਗ ਪਠਨ ਪੁਨ ਸੁਣਨ ਜੋ। ਜੇ ਮਨ ਵਾਜਰ ਨਹੀਂ, ਆ ਪੜ੍ਹਨਾ ਸੁਣਨਾ ਸਾਰਾ ਹੀ ਵਿਅਰਥ ਹੈ, ਮਨ ਦੀਆਂ ਹਾਜ਼ਰੀਆਂ ਲੱਗਣੀਆਂ। ਬਿਨ ਰੋਕੇ ਸਾ ਭੋਗ ਪਠਨ ਪੁਨ ਸੁਣਨ ਜੋ, ਹੋ ਪ੍ਰੀਤ ਨਾ ਉਪਜਿਤ ਰੰਚ ਰਹੇ ਬਿਨ ਗੁਣ ਸੋ। ਰੰਚਕ ਮਾਤਰ ਵੀ ਪ੍ਰੇਮ ਪੈਦਾ ਨਹੀਂ ਹੁੰਦਾ ਜੇ ਮਨ ਹਾਜ਼ਰ ਨਹੀਂ ਨਾ ਹੁੰਦਾ। ਬਾਜੇ ਬਾਜੇ ਘਰਾਂ ਦੇ ਵਿੱਚ ਪਾਠ ਕਰਦੇ ਜਪਜੀ ਸਾਹਿਬ ਦਾ, ਤੇ ਉਹ 10-10 ਵਾਰ ਮੰਨੇ ਕੀ ਪੌੜੀ ਨੂੰ ਪੜ੍ਹੀ ਜਾਂਦੇ ਆ। ਮੰਨੇ ਕੀ ਗਤ ਕਹੀ ਨਾ ਜਾਏ, ਉਹ ਮੁੰਡਿਆ ਪਸ਼ੂ ਬੰਨਿਆ, ਮੰਨੇ ਗਤ ਕਹੀ ਨਾ ਜਾਏ, ਕੁੜੀਏ ਰੋਟੀ ਦੇ ਮੁੰਡੇ ਨੂੰ, ਬਸ ਆਹ ਪਾਠ ਹੁੰਦਾ। ਫਿਰ ਮੰਨੇ ਕੀ ਗਤ ਚੋਂ ਹੀ ਨਹੀਂ ਨਿਕਲਦੇ, ਘੰਟਾ ਬਾਜੇ ਦਾ ਪਾਠ ਹੀ ਨਹੀਂ ਪੂਰਾ ਹੁੰਦਾ। ਕਿਉਂ? ਨਾ ਤਾਂ ਮਨ ਟਿਕਾਉਣਾ, ਨਾ ਪਤਾ, ਬਸ ਇੱਕ ਰਸਮ ਪੂਰੀ ਕਰਨੀ ਹੈ। ਤੇ ਜਿਨ੍ਹਾਂ ਨੂੰ ਰਸ ਆਉਂਦਾ ਸਾਧ ਸੰਗਤ, ਉਹ ਤਾਂ ਫਿਰ ਇੱਕ ਜਪਜੀ ਸਾਹਿਬ ਤਾਂ ਅੰਮ੍ਰਿਤ, ਜਿਹਦਾ ਮਨ ਜੁੜ ਜਾਂਦਾ। ਬਿਨ ਰੋਕੇ ਸਾ ਭੋਗ ਪਠਨ ਪੁਨ ਸੁਣਨ ਜੋ, ਹੋ ਪ੍ਰੀਤ ਨਾ ਉਪਜਿਤ ਰੰਚ ਰਹੇ ਬਿਨ ਗੁਣ ਸੋ। ਬਿਨਾਂ ਪ੍ਰੇਮ ਤੋਂ ਹੁੰਦਾ। ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤੇ,
पार डोंगरी थरे सिर क्यों होत है, करे प्रजतन नेल सवार अधोत है। जबे सिद्ध मिल जात मार थिर करत है, हो त्यों सतगुर मिले स्थिरता धरत है। पारा बड़ा चंचल हुंदा, जे अंगों थले दबाइए कदे नहीं आउंदा, पर जोगी लोग ओहदियां गोलियां बना के मूँह च रखदे। पुराने वैद, पुराने बड़े बड़े ਜਿਹੜੇ सन्यासी ਸੀ ਉਹ ਇਹਨਾਂ ਨੂੰ ਮਾਰਦੇ ਧਾਤਾਂ ਨਹੀਂ। ਆਮ ਕਹਾਵਤ ਨਾ, ਪਾਰਾ ਸਾਰਾ ਨਾ ਮਰੇ ਗੰਧਰਕ ਤੇਲ ਲਾਂਦੇ। ਲੋਕ ਇਹਦਾ ਹੱਥ ਲਾਉਂਦੇ ਆ ਵੀ ਨਾ ਤਾਂ ਗੰਧਰਕ ਤੇਲ ਦਿੰਦੀ ਆ, ਪਾਰਾ ਸਾਰਾ ਨਹੀਂ ਮਰਦਾ। ਪਰ ਲੋਕਾਂ ਦਾ ਅਰਥ ਪੁੱਠਾ ਹੈ। ਇਹਦਾ ਅਰਥ ਹੈ ਪਾਰਾ ਸਾਰਾ ਨਾ ਮੇਰੇ ਗੰਧਰਕ ਤੇਲ ਨਾ ਦੇ। ਜਿੰਨਾ ਚਿਰ ਗੰਧਰਕ ਦਾ ਤੇਲ ਨਾ ਦਿੱਤਾ ਜਾਵੇ, ਪਾਰਾ ਨਹੀਂ ਮਰਦਾ ਸਾਰਾ। ਜਦ ਗੰਧਰਕ ਵਿੱਚ ਪਾਉਂਦੇ ਰਗੜਦੇ ਆ ਨਾ, ਪਾਰਾ ਜਿਹੜਾ ਬਿਲਕੁਲ ਪਾਣੀ ਬਣ ਜਾਂਦਾ। ਗੰਧਰਕ ਦੇ ਤੇਲ ਦੇ ਨਾਲ ਪਾਣੀ ਮਰਦਾ ਪਾਰਾ, ਫਿਰ ਉਹ ਗੋਲੀ ਬਣ ਜਾਂਦੀ ਹੈ। ਉਹ ਤਾਂ ਬਣਦੀ ਨਹੀਂ, ਗੰਧਰਕ ਦੇ ਤੇਲ ਨਾਲ ਹੀ ਗੋਲੀ ਬਣਦੀ ਆ। ਅੱਗੇ ਜੋਗੀ ਲੋਕ ਇਹਨੂੰ ਰਸਾਇਣ ਮੰਨਦੇ, ਮੂੰਹ ਦੇ ਵਿੱਚ ਪਾ ਕੇ ਜੋਗੀ ਉੱਡ ਜਾਂਦੇ। ਜੇ ਰਹਿ ਜਾਵੇ ਕੱਚਾ, ਅੱਧ ਮਰਿਆ, ਫਿਰ ਹੱਡਾਂ 'ਚ ਰੱਜ ਜਾਂਦਾ। ਜੇ ਕੱਚਾ ਰਹਿ ਜੇ ਫਿਰ ਇਹ ਬਾਹਰ ਨਿਕਲਦਾ, ਸਾਫ਼ ਬਣਿਆ ਬਣਾਇਆ। ਪਾਰਾ ਨਹੀਂ ਸਾਰਾ ਮਰਦਾ ਜਿੰਨਾ ਚਿਰ ਗੰਧਕ ਦਾ ਤੇਲ ਨਾ ਪਾਇਆ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਵਾਬ, ਜਦੋਂ ਪੂਰਾ ਕੋਈ ਸੰਨਿਆਸੀ ਮਿਲ ਜਾਵੇ, ਉਹ ਗੰਧਕ ਦਾ ਤੇਲ ਦਿੰਦਾ, ਫਿਰ ਪਾਰੇ ਨੂੰ ਮਾਰਦਾ, ਤੇ ਉਹ ਪਾਰੇ ਦੀ ਡਲੀ ਬਣ ਜਾਂਦੀ ਹੈ। ਮੂੰਹ 'ਚ ਰੱਖੋ ਚਾਹੇ ਕਿਸੇ 'ਚ ਪਾ ਲਓ, ਉਹਨਾਂ ਚਿਰ ਕਦੇ ਅਸੀਂ ਦਬਾ ਨਹੀਂ ਸਕਦੇ ਜਿੰਨੇ ਚਿਰ ਕੱਚਾ ਪਾਰਾ। ਜਵੇ ਸਿੱਧ ਮਿਲ ਜਾਤ ਮਾਰ ਫਿਰ ਕਰਤ ਹੈ, ਹੋ ਤਿਉ ਮਨ ਸਤਿਗੁਰ ਮਿਲੇ ਸਥਿਰਤਾ ਧਰਤ ਹੈ। ਮਨ ਵੀ ਇੱਕ ਕੱਚਾ ਪਾਰਾ, ਜਦ ਪੂਰਾ ਗੁਰੂ ਮਿਲ ਜਾਵੇ, ਪੂਰੀ ਜੁਗਤੀ ਮਿਲ ਜਾਵੇ ਗੁਰੂ ਦੁਆਰਾ, ਤੇ ਇਹ ਮਨ ਵਸ ਵਿੱਚ ਆ ਜਾਂਦਾ। ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਗੁਰੂ ਦੀ ਕਿਰਪਾ ਜੁਗਤੀ ਨਾ ਪ੍ਰਾਪਤ ਹੋਵੇ। ਵਸ ਵਿੱਚ ਆਉਂਦਾ, ਇਹ ਨਹੀਂ ਵੀ ਨਹੀਂ ਆਉਂਦਾ। ਜਿਵੇਂ ਪਾਰਾ ਮਰ ਜਾਂਦਾ, ਇਸੇ ਤਰ੍ਹਾਂ ਮਨ ਵੀ ਵਸ ਵਿੱਚ ਆ ਜਾਂਦਾ। ਮਹਾਂਪੁਰਖਾਂ ਦੇ ਮਨ ਵਸ ਵਿੱਚ ਹੀ ਕੀਤੇ ਹੁੰਦੇ ਹਨ। ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਪਾਤਸ਼ਾਹ ਨੇ, ਉਹ ਕੀ, ਜਿਉਂ ਤਰੰਗ ਮੁਖ ਤਾਣ ਅਜਾਣ ਸੋਰ ਕੋ, ਮੂੰਹ ਤਾਣਾ ਘੋੜਾ ਅਣਜਾਣ ਸਵਾਰ ਨੂੰ ਲੈ ਕੇ ਭੱਜ ਲੈਂਦਾ। ਕਰੇ ਪ੍ਰਜਤਨ ਨੇਕ ਸਵਾਰ ਅਦੌਤ ਕੋ, ਲੱਖਾਂ ਯਤਨ ਕਰੀ ਲੈ ਜਾਂਦਾ, ਮੱਲੋ ਮੱਲੀ ਖਿੱਚ ਕੇ। ਚੜੇ ਸਜਾਨ ਸੌਰ ਕਸਾ ਕਰ ਲੈ ਕੇ, ਉਸੇ ਮੂੰਹ ਤਾਣ ਘੋੜੇ ਤੇ ਜਦੋਂ ਸਿਆਣਾ ਸਵਾਰ ਚੜ੍ਹਦਾ ਨਾ, ਹੱਥ ਵਿੱਚ ਸੋਟੀ ਲੈ ਕੇ, ਕਰੇ ਸੋ ਬਸ ਮੁਖ ਮਾਹੇ ਕੰਟਕਾ ਦੇ ਕੇ, ਲਗਾਮ ਪਾ ਕੇ ਖਿੱਚ ਲੈਂਦਾ। ਫਿਰ ਉਹਨੂੰ ਲੰਮੇ ਚੱਕਰ 'ਚ ਪਾ ਲੈਂਦਾ, ਗੋਲ ਚੱਕਰ ਦੇ ਵਿੱਚ ਭਜਾਈ ਜਾਂਦਾ, ਭਜਾਈ ਜਾਂਦਾ। ਥੱਕ ਜਾਂਦਾ ਮਨ, ਫਿਰ ਘੋੜਾ ਹੌਂਕਣ ਲੱਗ ਜਾਂਦਾ। ਉਹਦੀ ਸਾਰੀ ਜਿੰਨੀ ਚਲਾਕੀ ਨਿਕਲ ਜਾਂਦੀ ਆ, ਸਾਰੀ ਅਕਲ ਨਿਕਲ ਜਾਂਦੀ ਆ, ਫੀਲ ਹੋ ਕੇ ਖੜ ਜਾਂਦਾ। ਜਿਉਂ ਤਰੰਗ ਮੂੰਹ ਤਾਣ ਅਜਾਨ ਸੌਰ ਕੋ, ਕਰੇ ਪ੍ਰਜਤਨ ਨੇਕ ਸਵਾਰ ਅਦੌਤ ਕੋ। ਚੜੇ ਸਜਾਨ ਸੌਰ ਕਸਾ ਕਰ ਲੈ ਕੇ, ਕਰੇ ਸੋ ਬਸ ਮੁਖ ਮਾਹੇ ਕੰਟਕਾ ਦੇ ਕੇ। ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਹੈ, ਮਨ ਘੋੜਾ, ਨਰਕਾਂ ਦਾ ਕਸ਼ਟ ਦਿਖਾਉਣਾ, ਇਸ ਨੂੰ ਸੋਟੀ ਹੱਥ ਵਿੱਚ ਲੈਣੀ ਆ। ਇਉਂ ਗੁਰਮੁਖ ਆਪਣੇ ਮਨ ਨੂੰ ਵਸ ਵਿੱਚ ਕਰਦੇ ਆ। ਗੁਰੂ ਦੀ ਕਿਰਪਾ ਕਰਕੇ ਉਹ ਮਨ ਦਾ ਵਸ ਵਿੱਚ ਆਉਣਾ ਬੜਾ ਮੁਸ਼ਕਿਲ ਹੈ। ਭੜਕਾਈ ਫਿਰਦਾ, ਅੱਜ ਦੁਨੀਆ ਮਨ ਦੀ ਭੜਕਾਈ ਫਿਰਦੀ ਹੈ ਨਾ ਦੁਖੀ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਅੱਜ ਦੁਨੀਆ ਆਪਣੇ ਹੱਥਾਂ ਨਾਲ ਹੀ ਆਪਣੇ ਪੈਰ ਵੜਦੀ ਆ, ਬੇਦੀਨ ਹੋਈ ਫਿਰਦੀ ਆ। ਬਾਹਰ ਦੇ ਲਾਲਚ ਵਿੱਚ, ਵਿਦੇਸ਼ਾਂ ਦੇ ਲਾਲਚ ਵਿੱਚ ਅੱਜ ਦੁਨੀਆ ਆਪਣਾ ਧਰਮ ਗਵਾਈ ਫਿਰਦੀ ਆ। ਮਾਇਆ ਦੇ ਵਾਸਤੇ ਬਾਹਰ ਜਾਂਦੇ ਆ, ਸਿਰ ਮੂੰਹ ਮਨਾ ਲੈਂਦੇ ਆ, ਗਊਆਂ ਦਾ ਮਾਸ ਖਾਂਦੇ ਇੱਧਰ ਜਾ ਕੇ ਅਰਬ ਦੇਸ਼ਾਂ ਵਿੱਚ, ਕਿ ਹੋਰ ਤਾਂ ਕੁਝ ਖਾਣ ਪੀਣ ਨੂੰ ਹੈ ਹੀ ਕੁਛ ਨਹੀਂ ਉੱਥੇ। ਨਾ ਖਾਣ ਵਾਲੀਆਂ ਚੀਜ਼ਾਂ ਖਾਂਦੇ ਹਨ, ਆਪਣਾ ਧਰਮ ਗਵਾਉਂਦੇ ਹਨ ਬਾਹਰ ਜਾ ਕੇ। ਤੇ ਕਈ ਸਿਰ ਮੂੰਹ ਮਨਾ ਲੈਂਦੇ ਹਨ, ਪਹਿਲੇ ਤਾਂ ਏਜੰਟਾਂ ਦੇ ਪਿੱਛੇ ਫਿਰਦੇ ਹਨ,
ਉਧਰ ਜਾ ਕੇ ਧਰਮ ਗਵਾ ਕੇ ਮੁੜ ਆਉਂਦੇ ਆ। ਸਾਡੇ ਇੱਕ ਗਿਆ ਤੇ ਉਹ ਸਿਰ ਮੂੰਹ ਮਨਾਇਆ, ਉੱਥੇ ਜਾ ਕੇ ਮਾਰ ਹੋਇਆ, ਹੁਣ ਮੁੜ ਆਇਆ, ਅੰਦਰ ਹੀ ਵੜਿਆ ਬੈਠਾ ਵਿਚਾਰਾ, ਬੜੀ ਸ਼ਰਮ ਆਉਂਦਾ ਤੇ ਪਛਤਾਵਾ ਕਰਦਾ ਹੁਣ ਵਿਚਾਰਾ। ਘਰੇ ਬੜਾ ਸੋਹਣਾ ਕੰਮ, ਮਹਾਰਾਜ ਦੀ ਕਿਰਪਾ, ਟਾਕਾ ਹੋਰ ਜਾਇਦਾਦ ਬਹੁਤ ਤਗੜੀ ਆ, ਪਰ ਲੋਕਾਚਾਰੀ ਭੇਡਾ ਚਾਲ ਦੇਖੋ ਦੇਖੀ। ਮਹਾਰਾਜ ਕਹਿੰਦੇ ਜਿਸ ਧਨ ਕੋ 4 ਕੁੰਟ ਉਠਾਵੇ, ਜਿਹੜੇ ਧਨ ਵਾਸਤੇ ਦੇਸਾਂ ਪ੍ਰਦੇਸਾਂ ਵਿੱਚ ਫਿਰਦਾ ਤੋਂ ਭੱਜਿਆ, ਭਲਿਆ ਜੇ ਗੁਰੂ ਦੇ ਚਰਨੀ ਲੱਗ ਜਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਲੱਗ ਜਾ ਗੁਰੂ ਦੀ ਸੇਵਾ ਚ, ਧਨ ਤਾਂ ਪਿੱਛੇ ਪਿੱਛੇ ਫਿਰਦਾ। ਸਾਧੂ ਕੇ ਠਾਂਡੀ ਦਰਬਾਰ, ਸ਼ਰਮ ਤੇਰੀ ਮੋਹ ਕੋ ਨਿਸਤਾਰ। ਮਾਇਆ ਤਾਂ ਹੱਥ ਜੋੜੀ ਖੜੀ ਰਹਿੰਦੀ ਸਾਧੂਆਂ ਦੇ ਦਰਬਾਰ ਵਿੱਚ, ਚਰਨਾਂ ਵਿੱਚ ਮਹਾਰਾਜ ਕਿਰਪਾ ਕਰੋ ਤਾਂ ਤੇ ਆ ਗੁਰੂ ਦੇ ਚਰਨਾਂ ਵਿੱਚੋਂ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ। ਸੇਵਾ ਕਰਨੀ ਔਖੀ ਆ, ਜੋ ਸੇਵਾ ਕਰਨ ਲੱਗ ਜਾਵੇ, ਪਦਾਰਥ ਪਿੱਛੇ ਪਿੱਛੇ ਫਿਰਦੇ ਹਨ, ਉਹ ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ। ਜੇ ਤਾਂ 4 ਪਦਾਰਥ ਲੈਣੇ, ਸੇਵਾ ਜਿਸ ਧਨ ਦੇ ਵਾਸਤੇ ਦੁਨੀਆ ਆਪਣਾ ਦੀਨ ਗਾਉਂਦੀ ਆ, ਦੇਸਾਂ ਪ੍ਰਦੇਸਾਂ ਵਿੱਚ ਫਿਰਦੇ ਹਨ, ਪਰ ਭਾਗਾਂ ਤੋਂ ਬਿਨਾਂ ਧਨ ਕਿੱਥੇ ਮਿਲਦਾ। ਫੇਰ ਆ ਜਾਂਦੇ ਹਨ ਦੀਨ ਧਰਮ ਗਵਾ ਕੇ। ਤਾਂ ਤੇ ਆਓ, ਜੇ ਧਨ ਦੀ ਇੱਛਾ ਨਾ ਕਿਸੇ ਨੂੰ ਮਹਾਰਾਜ ਕਹਿੰਦੇ ਹਨ ਤਾਂ ਗੁਰੂ ਦੇ ਚਰਨਾਂ ਵਿੱਚ ਹੀ ਜੁੜ ਜਾਓ, ਸੰਗਤ ਦੀ ਸੇਵਾ ਵਿੱਚ ਲੱਗ ਜਾਓ। ਧਨ ਤਾਂ ਪਿੱਛੇ ਪਿੱਛੇ ਫਿਰਦਾ, ਉਹ ਗ੍ਰਹਿਣ ਨਹੀਂ ਕਰਦੇ। ਤਾਂ ਤੇ ਆਓ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਗਏ ਹਾਜ਼ਰ, ਜਿਨ੍ਹਾਂ ਦਾ ਮਨ ਜੁੜ ਗਿਆ ਦੇਸਾਂ ਪ੍ਰਦੇਸਾਂ ਵਿੱਚ ਵੀ ਗੁਰੂ ਦੇ ਚਰਨਾਂ ਵਿੱਚ ਹਨ, ਤੇ ਜੇ ਮਨ ਨਹੀਂ ਜੁੜਿਆ ਕੋਲ ਰਹਿੰਦਿਆਂ ਹੋਇਆਂ ਵੀ ਗਏ ਹਾਜ਼ਰ ਹੋ ਜਾਂਦੇ ਹਨ। ਤਾਂ ਤੇ ਆਓ ਸਾਧ ਸੰਗਤ, ਮਹਾਰਾਜ ਨੇ ਕਿਰਪਾ ਕੀਤੀ, ਆ 3 ਦਿਨ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ। ਮਹਾਰਾਜ ਨੇ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ 3 ਦਿਨ ਤੁਹਾਡੇ ਦਰਸ਼ਨ ਕੀਤੇ ਹਨ।
ਤਾਂ ਤੇ ਅਸੀਂ ਸੰਗਤ ਤੋਂ, ਮਹਾਂਪੁਰਖਾਂ ਤੋਂ ਅੱਜ ਮਾਫੀ ਮੰਗਦੇ ਹਾਂ, ਕਿਉਂਕਿ ਸਾਡਾ ਕੱਲ੍ਹ ਨੂੰ ਪ੍ਰੋਗਰਾਮ ਬਹੁਤ ਵੱਡਾ ਚੱਲ ਰਿਹਾ ਹੈ ਤੇ 4-5 ਪੱਠੀਆਂ ਚੜ੍ਹਨੀਆਂ ਹਨ। ਸੇਵਾਦਾਰਾਂ ਨੂੰ ਜਦ ਪਤਾ ਲੱਗਾ ਸਾਰੇ ਘਬਰਾ ਗਏ, ਕਹਿੰਦੇ ਕੱਲ੍ਹ ਫਿਰ ਹਲਵਾਈਆਂ ਕੋਲੇ ਕੌਣ ਰਹੂਗਾ, ਜੇ ਤੁਸੀਂ ਚਲੇ ਗਏ ਸਾਰੇ ਚਲੇ ਜਾਣੇ। ਤੇ ਬਾਕੀ ਇੱਕ ਦਿਨ ਅਸੀਂ ਆਹ ਪ੍ਰੋਗਰਾਮ ਇਹ ਦੁਆਨਾ ਕਰਕੇ ਵਧਾਇਆ ਸੀਗਾ, ਇਹ ਤਾਂ ਕੱਲ੍ਹ ਨੂੰ ਅਖੰਡ ਪਾਠ ਰੱਖਣਾ ਸੀ। ਤੇ ਅਸੀਂ ਖਿਮਾ ਮੰਗਦੇ ਹਾਂ ਸੰਗਤ ਕੋਲੋਂ, ਮਹਾਂਪੁਰਖਾਂ ਕੋਲੋਂ, ਵੀ ਇਹ 3 ਦਿਨ ਦੀ ਹਾਜ਼ਰੀ ਹੀ ਸਾਡੀ ਪ੍ਰਵਾਨ ਕਰਨ ਤੇ ਅੱਗੇ ਫਿਰ ਜਦੋਂ ਵਾਹਿਗੁਰੂ ਫੇਰ ਕਿਰਪਾ ਕਰੂਗਾ ਤੇ ਇਤਨੀ ਹਾਜ਼ਰੀ ਮਨਜ਼ੂਰ ਕਰਨ। ਕੱਲ੍ਹ ਨੂੰ ਆਪਣੇ ਇੱਥੇ ਦੇ ਲੋਕ ਭੋਗ ਪੈਣੇ ਹਨ ਤੇ ਪਰਸੋਂ ਨੂੰ ਨਗਰ ਕੀਰਤਨ ਪਿੰਡ ਭਿੱਖੀ, ਹਾਂਸ, ਜੀਰਖ, ਇਉਂ ਨਗਰਾਂ ਦੇ ਵਿੱਚ ਸਾਰੇ। ਤੇ ਮਹਾਂਪੁਰਖਾਂ ਦੇ ਚਰਨਾਂ 'ਚ ਵੀ ਬੇਨਤੀ ਆ ਸਾਰੀ ਸੰਗਤ ਨੂੰ ਵੀ ਕੱਲ੍ਹ ਨੂੰ ਪਰਸੋਂ ਨੂੰ 8-9 ਵਜੇ ਇਸੇ ਤਰ੍ਹਾਂ ਸੰਗਤ ਨੇ ਦਰਸ਼ਨ ਦੇਣੇ ਹਨ ਮਹਾਂਪੁਰਖਾਂ ਨੇ। ਤੇ ਇਹ ਸਾਡੀ ਬੇਨਤੀ ਪ੍ਰਵਾਨ ਕਰਨ ਤੇ ਅੱਜ ਦੀ ਹਾਜ਼ਰੀ ਸਾਡੀ ਪ੍ਰਵਾਨ ਕਰਨੀ ਹੈ ਤੇ ਜੋ ਭੁੱਲ ਚੁੱਕ ਕੋਈ ਹੋਵੇ ਉੱਤੇ ਖਿਮਾ ਕਰਨੀ। ਤੇ ਇਹੋ ਹੀ ਸਾਡਾ ਆਪਣਾ ਫਰਜ਼ ਹੈ ਗੁਰਸਿੱਖਾਂ ਦਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਹਉ ਬਲਿਹਾਰੀ 3 ਗੁਰਸਿੱਖਾਂ, ਭਾਏ ਪਤ ਗੁਰਪੁਰਬ ਕਰਾਉਂਦੇ। ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਆਪਣੇ ਗੁਰੂਆਂ ਦੇ ਗੁਰਪੁਰਬ ਮਨਾਉਣੇ, ਗੁਰੂਆਂ ਦੀਆਂ ਬਾਣੀਆਂ ਪੜ੍ਹਨੀਆਂ, ਕਥਾ ਕਹਾਣੀਆਂ ਕਰਨੀਆਂ। ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ। ਆਓ ਵੱਧ ਚੜ੍ਹ ਕੇ ਸੇਵਾ ਕਰੋ, ਮੌਕਾ ਮਿਲਿਆ ਹੈ ਤੁਹਾਨੂੰ, ਸੰਗਤ ਦਾ ਫਰਜ਼ ਬਣਦਾ ਹੈ। ਤੁਹਾਡੇ ਇਲਾਕੇ ਵਿੱਚ ਕਿਤਨਾ ਸੋਹਣਾ ਸਥਾਨ ਬਣ ਗਿਆ ਬਕੁੰਠ ਵਰਗਾ, ਮਹਾਂਪੁਰਖਾਂ ਦੇ ਸੰਬੰਧਾਂ ਸਦਕਾ। ਇਲਾਕੇ ਦਾ ਫਰਜ਼ ਬਣਦਾ ਹੈ ਸੇਵਾ ਕਰਨੀ, ਵੱਧ ਤੋਂ ਵੱਧ ਸੰਗਤ ਵਿੱਚ ਆ ਕੇ। ਤੇ ਆਹ ਹੁਣ ਸਾਰੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ, ਹੁਕਮਨਾਮਾ ਸੁਣ ਕੇ ਫਿਰ ਮਹਾਰਾਜ ਦਾ ਅਖੰਡ ਪਾਠ ਇੱਥੇ ਦੇ ਲੜੀ ਚੱਲ ਰਹੀ ਆ। ਇਸੇ ਤਰ੍ਹਾਂ ਪਾਠ ਚੱਲਣੇ ਕੱਲ੍ਹ ਨੂੰ ਜਿਹਨਾਂ ਦੇ ਭੋਗ ਪੈਣੇ ਹਨ। ਤੇ ਹੁਣ ਸਾਰੇ ਪ੍ਰੇਮ ਗੁਰੂ ਸਤੋਤਰ ਦੇ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ, ਇੱਕ ਮਨ ਇੱਕ ਚਿੱਤ ਹੋ ਕੇ। ਅਰਦਾਸ ਗੁਰੂ ਘਰ ਦੇ ਵਿੱਚ ਬਹੁਤ ਵੱਡੀ ਸ਼ਕਤੀ ਤਾਕਤ ਆ। ਜਿੱਥੇ ਤੋਪਾਂ ਫੇਲ ਪੈ ਜਾਂਦੀਆਂ, ਟੈਂਕ ਫੇਲ ਪੈ ਜਾਣ, ਉੱਥੇ ਅਰਦਾਸ ਕੰਮ ਕਰਦੀ ਆ। ਇੱਕ ਭੇਦ ਮੇਰੇ ਪਾਸ ਹੈ, ਤੋਪਾਂ ਤੋਂ ਵੱਧ ਅਰਦਾਸ ਹੈ। ਤੋਪਾਂ ਫੇਲ ਪੈ ਸਕਦੀਆਂ ਨੇ ਪਰ ਅਰਦਾਸ ਨਹੀਂ ਫੇਲ ਪੈਂਦੀ। ਪਰ ਸਾਨੂੰ ਅਰਦਾਸ ਕਰਨੀ ਆ ਜਾਵੇ, ਅਰਦਾਸ ਨਹੀਂ ਸਾਨੂੰ ਕਰਨੀ ਆਉਂਦੀ। ਅੱਜ ਕੱਲ੍ਹ ਲੋਕ ਕਹਿੰਦੇ ਹਨ ਵੀ ਅਰਦਾਸ ਪੂਰੀ ਨਹੀਂ ਹੋਈ। ਅਰਦਾਸ ਹੋਵੇ ਪੂਰੀ ਕਿਵੇਂ? ਨਾ ਤਾਂ ਲੋਕ ਚੰਗੀ ਅਰਦਾਸ ਕਰਾਉਂਦੇ, ਮਾੜੇ ਦੇ ਵਾਸਤੇ ਕਰਾਉਂਦੇ, ਦੂਜੇ ਤਾਂ ਬੁਰਾ ਸੋਚਣ ਵਾਸਤੇ। ਤੇ ਨਾ ਸਾਡੇ ਮਨ ਹੀ ਟਿਕਾਅ 'ਚ ਹੁੰਦੇ ਆ ਅਰਦਾਸ ਕਰਨ ਵਾਲਿਆਂ ਦੇ। ਜਦੋਂ 2 ਤਾਰਾਂ ਹੁੰਦੀਆਂ ਗਰਮ ਤੇ ਇੱਕ ਠੰਡੀ, ਜਦ ਦੋਵੇਂ ਤਾਰਾਂ ਜੁੜਦੀਆਂ ਫਿਰ ਕਰੰਟ ਆਉਂਦਾ। ਜੇ ਮਾੜਾ ਜਿਹਾ ਫਰਕ ਰਹਿ ਜਾਏ, ਬਿਜਲੀ ਥੋੜ੍ਹੀ ਵਾਲੀ ਆਊਗੀ, ਪੂਰੀ ਬੱਤੀ ਨਹੀਂ ਜਗੂ। ਇਸੇ ਤਰ੍ਹਾਂ ਜਿੰਨਾ ਚਿਰ ਅਰਦਾਸ ਕਰਨ ਵਾਲੇ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਦਾ ਨਹੀਂ, ਨਾ ਦਾਸੀ ਦਾ ਸੰਗਤ ਹੈ, ਉਹਨਾਂ ਚਿਰ ਅਰਦਾਸ ਪੂਰੀ ਨਹੀਂ ਹੁੰਦੀ। ਥੋੜ੍ਹਾ ਜਿਹਾ ਫਰਕ ਰਹਿ ਜਾਵੇ, ਕਦੇ ਚਾਣਾ ਨਹੀਂ ਆਉਂਦਾ, ਕਦੇ ਪੱਖੇ ਨਹੀਂ ਚੱਲਦੇ, ਤਾਂ ਤੇ ਉਹ ਪੂਰਾ ਇੱਕ ਰਸ ਮਨ ਸੁਰਤ ਜੁੜ ਜਾਵੇ। ਅਰਦਾਸ ਕਰਨ ਵਾਲਾ ਅਰਦਾਸੀ ਆਪਣਾ ਭੁੱਲ ਜਾਵੇ। ਅਰਦਾਸ ਕਰਨ ਵੇਲੇ ਉਹਨੂੰ ਆਪਣਾ ਨਾ ਬਸ ਗੁਰੂ ਵਿੱਚ ਲੀਨ ਹੋ ਜਾਵੇ, ਪਤਾ ਹੀ ਨਾ ਰਹੇ ਵੀ ਮੈਂ ਵੀ ਹਾਂ। ਸਾਰੇ ਪੁਰਨੇ ਭੁੱਲ ਕੇ, ਦੁਨੀਆ ਭੁੱਲ ਕੇ ਫਿਰ ਅਰਦਾਸ ਕੀਤੀ ਹੋਈ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰਵਾਨ ਹੁੰਦੀ ਆ। ਪਰ ਇਹੋ ਹੀ ਗੱਲ ਔਖੀ ਆ, ਸਾਡਾ ਮਨ ਨਹੀਂ ਟਿਕਦਾ, ਛਿਨ ਮਾਤਰ ਵੀ ਨਹੀਂ ਟਿਕਦਾ, ਭੱਜਾ ਫਿਰਦਾ ਹੈ। ਜੇ ਮਨ ਟਿਕ ਗਿਆ ਸਾਰੀਆਂ ਗੱਲਾਂ ਸਿੱਧ ਹੋ ਗਈਆਂ। ਇਸੇ ਵਾਸਤੇ ਹੀ ਆ ਕੰਮ ਕਰਦੇ ਨੇ ਜੋ ਆ। ਗੁਰੂ ਨੂੰ ਇਹਦੀ ਲੋੜ ਨਹੀਂ, ਇਹ ਸਾਨੂੰ ਲੋੜ ਹੈ ਇਹਦੀ ਜੋ ਸੰਗਤ ਕਰਦੇ ਹਾਂ। ਅਸੀਂ ਆਪਣੇ ਮਨ ਨੂੰ ਰੋਕਣ ਦੇ ਵਾਸਤੇ ਸਾਰਾ ਕੰਮ ਕਰਦੇ ਵੀ ਸਾਡਾ ਭਲਾ ਹੋ ਜਾਵੇ। ਗੁਰੂ ਦੇ ਗੁਣ ਗਾਇਆ, ਬਾਣੀ ਪੜ੍ਹਿਆ, ਸਾਡਾ ਮਨ ਰੁਕ ਜਾਵੇ ਜੇ ਥੋੜਾ ਬਾਲਾ, ਇਸੇ ਵਾਸਤੇ ਹੀ ਸਾਰਾ ਕੁਝ ਕਰੀਦਾ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਨਾਨਕ ਸਾਹਿਬ।